ਉਸ ਹੈਲਮਟ ਦੀ ਇਹ ਕੁਆਲਿਟੀ ਹੈ ਕਿ ਉਹ ਨਾ ਤਾਂ ਕੇਸ਼ਾਂ ਨੂੰ ਡਿਸਟਰਬ ਕਰੇ, ਨਾ ਉਹ ਦਸਤਾਰ ਨੂੰ ਡਿਸਟਰਬ ਕਰੇ। ਦਸਤਾਰ ਦੇ ਉੱਪਰ ਦੀ ਉਹ ਹੈਲਮਟ ਤੁਸੀਂ ਪਹਿਨ ਸਕਦੇ ਹੋ ਆਪਣੇ ਆਪ ਨੂੰ ਦੁਸ਼ਮਣ ਦੇ ਅਟੈਕ ਤੋਂ ਬਚਾਉਣ ਦੇ ਲਈ। ਇਸ ਕਿਸਮ ਦੇ ਅੱਜ ਦੇ ਜਿਹੜੇ ਹਥਿਆਰ ਆ ਜੰਗ ਦੇ ਬਹੁਤ ਹੀ ਘਾਤਕ ਆ, ਬਹੁਤ ਹੀ ਜ਼ਿਆਦਾ ਉਹਨਾਂ ਦੀ ਪੈਨੀਟ੍ਰੇਸ਼ਨ ਹੈ ਦੁਸ਼ਮਣ ਦੇ ਜਿਸਮ ਦੇ ਉੱਤੇ। ਤਾਂ ਸਰਕਾਰ ਦੀ ਵੀ ਗਲਤੀ ਹੈ। ਉਹਨਾਂ ਨੂੰ ਖਾਸ ਤੌਰ ਤੇ ਜਿਹੜੇ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਨੇਜ ਕਰਦੇ ਆ, ਉਹਨਾਂ ਦੇ ਕਾਰਨਕੁਨਾਂ ਨਾਲ ਅਕ੍ਰੋਸ ਦੀ ਟੇਬਲ ਗੱਲ ਕਰਨੀ ਚਾਹੀਦੀ ਸੀ। ਬਹੁਤ ਸਿੱਖ ਜਰਨੈਲ ਆ ਰਿਟਾਇਰਡ ਆਰਮੀ ਦੇ ਵਿੱਚੋਂ, ਜਿਹੜੇ ਬਹੁਤ ਹੀ ਸੰਜੀਦਾ ਹੈਗੇ, ਬਹੁਤ ਸੂਝਵਾਨ ਆ, ਬਹੁਤ ਗਿਆਨਵਾਨ ਆ। ਉਹਨਾਂ ਨੂੰ ਵੀ ਉੱਥੇ ਬਿਠਾਉਣਾ ਚਾਹੀਦਾ ਵੀ ਤੁਸੀਂ ਵੀ ਆਪਣਾ ਓਪੀਨੀਅਨ ਦਿਓ। ਔਰ ਉਹ ਕੇਸ਼ਾਧਾਰੀ ਹੈ, ਮੋਸਟ ਆਫ ਦੈਮ ਆਰ ਕੇਸ਼ਾਧਾਰੀ, ਔਰ ਹੁਣ ਵੀ ਉਹ ਰਿਟਾਇਰ ਹੋ ਕੇ ਮਤਲਬ ਸਿੱਖ ਮੁੱਦਿਆਂ ਤੇ ਆਪਣਾ ਪਹਿਰਾ ਦਿੰਦੇ ਆ। ਬਹੁਤ ਹੀ ਮਤਲਬ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਸ਼ਹੀਦ ਹੋ ਜਾਂਦੇ ਆ ਔਰ ਬੜੀ ਜਵਾਨੀ 'ਚ ਫੌਜੀ ਬੜੇ ਛੋਟੀ ਉਮਰ ਦੇ ਵਿਚਾਰੇ ਹੁੰਦੇ, ਕਈਆਂ ਦੀਆਂ ਸ਼ਾਦੀਆਂ ਵੀ ਨਹੀਂ ਹੁੰਦੀਆਂ, ਕਈਆਂ ਦੀ ਸ਼ਾਦੀਆਂ ਹੋਇਆ ਨੂੰ 6 ਮਹੀਨੇ ਸਾਲ 2 ਸਾਲ। ਇਸ ਕਿਸਮ ਦੀ ਅਖਬਾਰਾਂ 'ਚ ਅਸੀਂ ਪੜ੍ਹਦੇ ਰਹਿੰਦੇ ਹਾਂ। ਦੇਖੋ ਅੱਜ ਉਹ ਸਮਾਂ ਆ ਗਿਆ, ਪਾਕਿਸਤਾਨ ਦੇ ਵਿੱਚ ਵੀ ਪੁਲਿਸ ਦੇ ਵਿੱਚ ਸਿੱਖ ਦਸਤਾਰਧਾਰੀ ਜਾਣ ਲੱਗ ਪਏ ਨੇ। ਮਗਰ ਪਾਕਿਸਤਾਨ ਦਾ ਰੈਫਰੈਂਸ ਸਭ ਤੋਂ ਪਹਿਲਾਂ ਮੈਂ ਇਸ ਕਰਕੇ ਚੱਕਿਆ ਕਿ ਜਿੱਥੇ ਮੰਨਿਆ ਜਾਂਦਾ ਸੀ ਕਿ ਘੱਟ ਗਿਣਤੀਆਂ ਦੀ ਕੋਈ ਥਾਂ ਹੀ ਨਹੀਂ ਹੈ। ਫਰਾਂਸ ਦੀ ਗੱਲ ਕਰ ਲਓ ਆਪਾਂ, ਅਮਰੀਕਾ ਦੀ ਗੱਲ ਕਰ ਲਓ, ਕੈਨੇਡੀਅਨ ਜਿਹੜੀਆਂ ਡਿਫਰੈਂਟ ਫੋਰਸਿਸ ਨੇ ਉਹਨਾਂ ਦੀਆਂ ਹੇਠਾਂ ਤੋਂ ਉੱਪਰ ਤੱਕ ਉਹਦੇ 'ਚ ਪਗੜੀਧਾਰੀ ਜਾਣ ਲੱਗ ਪਏ ਨੇ। ਚਲੋ ਕਿਰਪਾਨ ਤਾਂ ਮਹਾਰਾਜ ਨੇ ਬਖਸ਼ੀ ਆ, ਸਾਡਾ 5 ਕਕਾਰਾਂ ਦਾ ਬਹੁਤ ਇੰਪੋਰਟੈਂਟ ਪਾਰਟ ਆ ਜੀ। ਪਰ ਢਾਲ ਜਿਹੜੀ ਆ ਉਹਦਾ ਕੋਈ ਰੈਫਰੈਂਸ ਕਿਸੇ ਜਗ੍ਹਾ ਆਉਂਦਾ ਨਹੀਂ। ਜਿਹਨੂੰ ਤੁਸੀਂ ਸ਼ੀਲਡ ਕਹਿ ਲਓ, ਜੋ ਮਰਜ਼ੀ ਕਹਿ ਲਓ, ਢਾਲ ਦਾ ਸਿੱਖਾਂ ਨੇ ਸ਼ੁਰੂ ਤੋਂ ਲੈ ਕੇ ਗੁਰੂਆਂ ਦੇ ਪੀਰੀਅਡ ਤੋਂ ਲੈ ਕੇ ਇਸਤੇਮਾਲ ਕੀਤਾ ਵਾਰਫੇਅਰ ਦੇ ਵਿੱਚ। ਤਾਂ ਢਾਲ ਦਾ ਕੀ ਮਕਸਦ ਹੈ ਕਿ ਦੁਸ਼ਮਣ ਦੇ ਅਟੈਕ ਨੂੰ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਫਿਰ ਦੁਸ਼ਮਣ 'ਤੇ ਅਟੈਕ ਕਰਨਾ। ਤੁਹਾਡੇ ਕੇਸ਼ਾਂ ਦੀ ਜੇ ਕੋਈ ਤੋਹੀਨ ਹੁੰਦੀ ਆ, ਜੇ ਉਸ ਦੀ ਕੋਈ ਮਤਲਬ ਉਸ ਦਾ ਸਤਿਕਾਰ ਘਟਦਾ, ਤੁਸੀਂ ਜਾ ਕੇ ਸਰਕਾਰ ਨੂੰ ਦੱਸੋ ਭਾਈ ਸਾਡੇ ਤਾਂ ਕੇਸ ਐਸੈਂਸ਼ੀਅਲ ਆ, ਸਾਡਾ ਤਾਂ ਪਾਰਟ ਆ, ਸਿੱਖੀਜ਼ਮ ਦਾ ਡਿਸਿਪਲਿਨ ਹੈ। ਤੇ ਇਸੇ ਤਰੀਕੇ ਦੇ ਨਾਲ ਜੇ ਤੁਹਾਡੀ ਪਗੜੀ ਨੂੰ ਉਸ ਦੇ ਵਿੱਚ ਕੋਈ ਕਿਸੇ ਕਿਸਮ ਦਾ ਹਾਰਮ ਹੁੰਦਾ, ਉਹ ਵੀ ਤੁਸੀਂ ਜਾ ਕੇ। ਦੈਨਿਕ ਸਵੇਰਾ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਮੁੱਦਾ ਹੈ ਕਿ ਭਾਰਤੀ ਫੌਜ ਦੇ ਵਿੱਚ ਜੋ ਪਗੜੀਧਾਰੀ ਸਿੱਖ ਫੌਜੀ ਨੇ, DRDO ਵੱਲੋਂ ਜਾਂ ਰੱਖਿਆ ਮੰਤਰਾਲੇ ਵੱਲੋਂ ਉਹਨਾਂ ਲਈ ਇੱਕ ਵਿਸ਼ੇਸ਼ ਕਿਸਮ ਦੇ ਜਿਹੜਾ ਹੈੱਡਗੇਅਰ, ਜਿਹਦੇ ਉਹਨਾਂ ਦੇ ਸਿਰ ਦੀ ਰੱਖਿਆ ਕਰਨ ਵਾਸਤੇ ਜਿਹੜਾ ਹੈ ਉਹਦੀ ਤਿਆਰੀ ਕੀਤੀ ਜਾ ਰਹੀ ਹੈ, ਉਹਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹੋ ਸਕਦਾ ਸ਼ਾਇਦ ਇਸ ਬਾਰੇ ਕਾਨੂੰਨ ਵੀ ਬਣ ਜਾਵੇ। ਇਹ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਫੌਜੀਆਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਜਿਹੜਾ ਹੈ ਇਹ ਕਦਮ ਚੁੱਕਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਇਹ ਇੱਕ ਧਾਰਮਿਕ ਮਸਲਾ ਹੈ, ਬੜਾ ਸੰਵੇਦਨਸ਼ੀਲ ਹੈ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਸਿਰ ਦੇ ਉੱਤੇ ਲੋਹ ਟੋਪ ਦੀ ਜਿਹੜੀ ਵਰਜਨਾ ਹੈ, ਵਰਜਿਤ ਹੈ ਉਹ। ਤਾਂ ਇਸ ਕਰਕੇ ਹੀ ਅਕਸਰ ਆਪਾਂ ਕਹਿੰਦੇ ਹਾਂ ਕਿ ਸਿੱਖ ਹੋਏ ਸਿਰ ਟੋਪੀ ਧਰੇ, ਤੇ ਅੱਗੇ ਆਪਾਂ ਇਸ ਤਰ੍ਹਾਂ ਦੀ ਜਿਹੜੀ ਅਕਸਰ ਹੀ ਆਪਾਂ ਚਰਚਾ ਸੁਣਦੇ ਰਹਿੰਦੇ ਹਾਂ, ਇਸ ਤਰ੍ਹਾਂ ਦੀ ਜਿਹੜੀ ਵਿਖਿਆਨ ਨੇ, ਰੈਫਰੈਂਸ ਨੇ, ਆਪਾਂ ਸੁਣਦੇ ਰਹਿੰਦੇ ਹਾਂ। ਪਰ ਜੇਕਰ ਆਪਾਂ ਇਸ ਭਾਵਨਾ ਨੂੰ ਸਮਝੀਏ ਕਿ ਕਿਉਂ ਇਹ ਚੀਜ਼ ਸੋਚੀ ਗਈ ਹੈ, ਤਾਂ ਇਸ ਦੇ ਨਾਲ ਹੀ ਆਪਾਂ ਜੋੜ ਸਕਦੇ ਹਾਂ ਕਿ ਜਦੋਂ ਆਪਾਂ ਦੁਪਹੀਆ ਵਾਹਨ ਚਲਾਉਂਦੇ ਹਾਂ ਜਾਂ ਕ੍ਰਿਕਟ ਖੇਡਦੇ ਹਾਂ, ਹਾਕੀ ਵਰਗੀ, ਸੌਕਰ ਵਰਗੀ, ਬੇਸਬਾਲ ਵਰਗੀ ਗੇਮ ਖੇਡਦੇ ਹਾਂ, ਸਾਈਕਲਿੰਗ ਕਰਦੇ ਹਾਂ, ਉਦੋਂ ਵੀ ਸਿਰ ਦੇ ਉੱਤੇ ਸਿਰ ਨੂੰ ਬਚਾਉਣ ਵਾਸਤੇ ਹੈੱਡਗੇਅਰ, ਮੈਂ ਹੈਲਮਟ ਸ਼ਬਦ ਦੀ ਥੋੜ੍ਹਾ ਜਿਹਾ ਸੰਕੋਚ ਕਰਦਾ ਹੋਇਆ ਹੈੱਡਗੇਅਰ ਜਾਂ ਹੈੱਡ ਗਾਰਡ ਸ਼ਬਦ ਇਸ ਕਰਕੇ ਵਰਤ ਰਿਹਾ ਕਿਉਂਕਿ ਇਸ ਨਾਲ ਥੋੜ੍ਹੀ ਜਿਹੀ ਭਾਵਨਾ ਸਪਸ਼ਟ ਹੁੰਦੀ ਹੈ ਕਿ ਹੈੱਡ ਗਾਰਡ ਕਿਉਂ ਪਾਇਆ ਗਿਆ ਜਾਂ ਲੈਗ ਗਾਰਡ ਕਿਉਂ ਪਾਇਆ ਗਿਆ, ਕਿ ਉਸ ਲੈਗ ਦੀ ਜਾਂ ਹੈੱਡ ਦੀ ਰੱਖਿਆ ਕਰਨ ਵਾਸਤੇ। ਸੋ ਇਸ ਭਾਵਨਾ ਨਾਲ ਇਹ ਚੀਜ਼ ਜਿਹੜੀ ਹੈ ਇਹ ਪਾਈ ਜਾਂਦੀ ਹੈ, ਪਹਿਨੀ ਜਾਂਦੀ ਹੈ। ਆਪਾਂ ਜੇਕਰ ਹੁਣ ਫੌਜ ਤੇ ਗੱਲ ਕਰੀਏ, ਆਪਾਂ ਦੁਪਹੀਆ ਵਾਹਨਾਂ ਤੋਂ ਗੱਲ ਸ਼ੁਰੂ ਕੀਤੀ ਸੀ, ਉੱਥੇ ਵੀ ਮਾਮਲਾ ਜਿਹੜਾ ਹੈ ਧਾਰਮਿਕ ਤੌਰ ਤੇ ਸੰਵੇਦਨਸ਼ੀਲ ਮੰਨਿਆ ਗਿਆ ਸੀ ਕਿਉਂਕਿ ਸਿੱਖ ਬੀਬੀਆਂ ਲਈ ਹੁਣ ਤੱਕ ਵੀ ਜਿਹੜਾ ਹੈਲਮਟ ਉਹ ਲਾਜ਼ਮੀ ਨਹੀਂ ਕੀਤਾ ਜਾ ਸਕਿਆ ਕਾਨੂੰਨਨ ਰੂਪ 'ਚ, ਕਿਉਂਕਿ ਸਿੱਖ ਧਰਮ 'ਚ ਵਰਜਿਤ ਹੈ। ਪਰ ਦੂਜੇ ਪਾਸੇ ਸਿੱਖ ਬੀਬੀਆਂ ਸਾਰੀਆਂ ਹੀ ਪਗੜੀਧਾਰੀ ਨਹੀਂ ਹੈਗੀਆਂ, ਇਹ ਵੀ ਜਿਹੜੀ ਗੱਲ ਹੈ ਇਹ ਚਰਚਾ ਚਾਹੁੰਦੀ ਹੈ, ਹਮੇਸ਼ਾ ਚਰਚਾ ਦਾ ਵਿਸ਼ਾ ਬਣਦੀ ਹੈ। ਹੁਣ ਆਪਾਂ ਭਾਰਤੀ ਫੌਜ ਤੇ ਆਉਂਦੇ ਹਾਂ। ਭਾਰਤੀ ਫੌਜ ਲਈ ਜਿਹੜੇ 2 ਵੱਡੇ ਫਰੰਟ ਨੇ, ਜਿਹੜੇ ਸਰਹੱਦਾਂ ਕੌਮਾਂਤਰੀ ਤੌਰ ਤੇ ਸਾਂਝੀਆਂ ਨੇ, ਉਹ ਚਾਈਨਾ ਨਾਲ ਤੇ ਪਾਕਿਸਤਾਨ ਨਾਲ ਨੇ। ਪਾਕਿਸਤਾਨ ਨਾਲ ਅਕਸਰ ਗੋਲੀਬਾਰੀ ਜਿਹੜੀ ਹੈ LAC ਤੇ ਹੁੰਦੀ ਰਹਿੰਦੀ ਹੈ। LAC ਮਤਲਬ ਲਾਈਨ ਆਫ ਐਕਚੁਅਲ ਕੰਟਰੋਲ। LAC ਦੇ ਉੱਤੇ ਗੋਲੀਬਾਰੀ
ਹੁੰਦੀ ਰਹਿੰਦੀ ਹੈ। ਉਹਦਾ ਕਾਰਨ ਇਹ ਹੈ ਕਿ ਉੱਥੇ ਉਹ ਇੱਕ ਵਿਵਾਦ ਦਾ ਵਿਸ਼ਾ ਹੈ, ਇਸ ਕਰਕੇ ਜੰਗ ਨਹੀਂ ਲੱਗਦੀ। ਚੀਨ ਦੇ ਮਾਮਲੇ 'ਚ ਉੱਥੇ ਮੈਕਮਿਲਨ ਲਾਈਨ ਹੈ। ਮੈਕਮਿਲਨ ਲਾਈਨ ਉਹ ਲਾਈਨ ਹੈ ਜਿਹੜੀ ਅੰਗਰੇਜ਼ ਸਮੇਂ 'ਚ ਖਿੱਚੀ ਗਈ ਸੀ, ਇਮੈਜਨਰੀ ਲਾਈਨ ਬਣਾ ਲਈ ਗਈ ਸੀ ਕਿ ਇੱਧਰ ਤੁਸੀਂ ਰਹੋਗੇ, ਉੱਧਰ ਅਸੀਂ ਰਹਾਂਗੇ, ਅਸੀਂ ਇੱਧਰੋਂ ਉੱਧਰ ਜਾਂਦੇ ਹਾਂ ਤਾਂ ਵਿਵਾਦ ਹੋਏਗਾ, ਪਰ ਉੱਥੇ ਗੋਲੀ ਨਹੀਂ ਚੱਲ ਸਕਦੀ ਕਿਉਂਕਿ ਕੌਮਾਂਤਰੀ ਬਾਰਡਰ ਹੈ ਜਾਂ ਮੈਕਮਿਲਨ ਲਾਈਨ ਹੈ। ਗੋਲੀ ਚੱਲਦੀ ਹੈ ਤਾਂ ਜੰਗ ਲੱਗੀ ਮੰਨੀ ਜਾਂਦੀ ਹੈ। ਕੌਮਾਂਤਰੀ ਪੱਧਰ ਦੇ ਉੱਤੇ ਇੱਕ ਨਿਯਮ ਹੈ ਇਹ। ਸੋ ਇਸ ਕਰਕੇ ਉੱਥੇ ਹੱਥਾਂ ਦੀ ਲੜਾਈ ਹੁੰਦੀ ਹੈ, ਜਾਂ ਉਹ ਕਰੰਟ ਲਾਉਣ ਵਾਲੀਆਂ ਟਾਰਚਾਂ ਹੁਣ ਚਾਈਨੀਜ਼ ਵਰਤਣ ਲੱਗੇ ਨੇ, ਜਿਹੜੇ ਭਾਰਤੀ ਫੌਜ ਨੂੰ ਵੀ ਹੁਣ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਦੋਵਾਂ ਸੂਰਤਾਂ ਦੇ ਵਿੱਚ ਭਾਵੇਂ LAC ਦੇ ਉੱਤੇ ਗੋਲੀ ਚੱਲੇ, ਭਾਵੇਂ ਮੈਕਮਿਲਨ ਲਾਈਨ ਦੇ ਉੱਤੇ ਜਿਹੜੀ ਹੱਥਾਂ ਦੀ ਜਿਹੜੀ ਹੈਗੀ ਹੈ ਲੜਾਈ, ਦਸਤੀ ਲੜਾਈ ਹੋਵੇ, ਮੰਨਿਆ ਜਾਂਦਾ ਹੈ ਕਿ ਸਿੱਖ ਫੌਜੀ ਜਦੋਂ ਉਹਨਾਂ ਦੇ ਸਾਹਮਣੇ ਹੁੰਦੇ ਨੇ, ਦੁਸ਼ਮਣ ਦੇ ਸਾਹਮਣੇ ਹੁੰਦੇ ਨੇ ਪਗੜੀਧਾਰੀ, ਤਾਂ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਇਹਦੇ ਸਿਰ ਤੇ ਵਾਰ ਕਰੋ। LAC ਦੇ ਉੱਤੇ ਗੋਲੀ ਤਾਂ ਸਿਰ ਤੇ ਮਾਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉੱਥੇ ਗਾਰਡ ਨਹੀਂ ਹੈਗਾ। ਤਾਂ ਜਦੋਂ ਹੱਥਾਂ ਦੀ ਲੜਾਈ ਜਿਹੜੀ ਹੁਣ ਤਾਜ਼ਾ ਹੁਣ ਵੀ ਹੋ ਕੇ ਹਟੀ ਹੈ, ਇਸ ਤੋਂ ਪਹਿਲਾਂ ਚਾਈਨਾ ਦੇ ਬਾਰਡਰ ਦੇ ਉੱਤੇ ਮੈਕਮਿਲਨ ਲਾਈਨ ਦੇ ਉੱਤੇ ਕਾਫੀ ਸਿੱਖ ਫੌਜੀ, ਪੰਜਾਬੀ ਫੌਜੀ ਮਰੇ ਵੀ ਸੀ। ਤਾਂ ਉੱਥੇ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਉਹਨਾਂ ਦੇ ਹੱਥ ਦੇ ਵਿੱਚ ਫਾਇਰ ਆਰਮ ਤੋਂ ਬਿਨਾ ਹਥਿਆਰ ਹੈ, ਉਹਦਾ ਵਾਰ ਪਗੜੀਧਾਰੀ ਸਿੱਖ ਫੌਜੀ ਦੇ ਸਿਰ ਤੇ ਕੀਤਾ ਜਾਏ। ਤਾਂ ਹੋ ਸਕਦਾ ਹੈ ਕਿ ਇਸ ਭਾਵਨਾ ਨੂੰ, ਇਸ ਮਸਲੇ ਨੂੰ ਮੱਦੇਨਜ਼ਰ ਰੱਖਦੇ ਹੋਏ, ਇਸ ਭਾਵਨਾ ਨਾਲ ਕਿ ਸਿਰ ਦੀ ਸੁਰੱਖਿਆ ਕਰਨੀ ਹੈ ਆਪਣੇ ਫੌਜੀ ਦੀ, ਆਪਣੇ ਜਵਾਨ ਦੀ, ਤਾਂ ਇਹ ਫੈਸਲਾ ਲਿਆ ਜਾ ਰਿਹਾ ਹੈ ਕਿ ਸਿਰ ਦੇ ਉੱਤੇ ਇੱਕ ਹੈੱਡ ਗਾਰਡ ਪਾਉਣਾ ਹੈ। ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਸਿੱਖ ਜਥੇਬੰਦੀਆਂ ਨੇ ਇਹ ਗੱਲ ਨੂੰ ਇਸ ਤਰ੍ਹਾਂ ਲਿਆ ਹੈ ਕਿ ਸਿੱਖਾਂ ਦੀ ਜੋ ਪਹਿਚਾਣ ਪਗੜੀ ਕਰਕੇ ਹੀ ਹੈ, ਉਸ ਨੂੰ ਜਿਹੜਾ ਹੈ ਢਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖਾਂ ਦੇ ਪੰਥਕ ਮਸਲਿਆਂ 'ਚ, ਰਹਿਤ ਮਰਿਆਦਾ ਵਾਲੇ ਮਸਲਿਆਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਮੁੱਦਾ ਇੱਕ ਤਰ੍ਹਾਂ ਨਾਲ ਸਿੱਖ ਬੀਬੀਆਂ ਦੇ ਹੈਲਮਟ ਪਾਉਣ ਦੇ ਮੁੱਦੇ ਵਾਂਗੂ ਦੁਬਾਰਾ ਫਿਰ ਉਲਝੀ ਹੋਈ ਤਾਣੀ ਬਣਨ ਵੱਲ ਵਧਣ ਲੱਗ ਪਿਆ ਹੈ। ਆਪਾਂ ਸਿੱਖ ਵਾਰ ਹਿਸਟਰੀ, ਸਿੱਖ ਜੰਗੀ ਜਿਹੜਾ ਇਤਿਹਾਸ ਹੈ, ਉਹਦੇ 'ਚੋਂ ਵੀ ਰੈਫਰੈਂਸ ਲਵਾਂਗੇ ਕਿ ਸਿੱਖ ਫੌਜੀਆਂ ਦੀ ਸੁਰੱਖਿਆ ਲਈ, ਢਾਲ ਲਈ ਕਿਹੜੇ ਜਿਹੜੇ ਐਲੀਮੈਂਟ ਨੇ, ਕਿਹੜੇ ਆਬਜੈਕਟ ਨੇ, ਜਿਹੜੇ ਨੇ ਕਿਹੜੀਆਂ ਚੀਜ਼ਾਂ ਨੇ ਉਹ ਇਜਾਦ ਹੋਈਆਂ ਤੇ ਜਾਂ ਜੰਗੀ ਇਤਿਹਾਸ ਦੇ ਵਿੱਚ ਸਨ, ਹੋਰ ਜੰਗੀ ਇਤਿਹਾਸ ਦੇ ਵਿੱਚ ਸਨ, ਸਿੱਖ ਜੰਗੀ ਇਤਿਹਾਸ ਦੇ ਵਿੱਚ ਉਹਨਾਂ ਦੇ ਫਿਰ ਦੁਬਾਰਾ ਸ਼ਾਮਲ ਹੋ ਜਾਣ ਦਾ ਜਿਹੜਾ ਹੈ ਸਾਨੂੰ ਵੇਰਵਾ ਮਿਲਦਾ ਹੈ ਗੁਰੂ ਸਾਹਿਬਾਨ ਦੇ ਸਮੇਂ ਤੋਂ, ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ, ਮਹਾਰਾਜਾ ਰਣਜੀਤ ਸਿੰਘ ਕਾਲ ਤੋਂ। ਤਾਂ ਇਹਨਾਂ ਸਾਰੀਆਂ ਗੱਲਾਂ ਦੀ ਥਾਹ ਪਾਉਣ ਵਾਸਤੇ ਤੇ ਇਸ ਪੇਚੀਦਾ, ਅਤੀ ਸੰਵੇਦਨਸ਼ੀਲ ਪਰ ਬਹੁਤ ਹੀ ਮਹੱਤਵਪੂਰਨ ਮੁੱਦੇ, ਕਿਉਂਕਿ ਇਹ ਇੱਕ ਫੌਜੀ ਜਵਾਨ ਦੀ ਜਾਨ ਦੀ ਰਾਖੀ ਨਾਲ ਜੁੜਿਆ ਹੋਇਆ ਮੁੱਦਾ ਹੈ, ਤਾਂ ਇਸ ਵਾਸਤੇ ਅਸੀਂ ਗੱਲਬਾਤ ਕਰਨ ਲਈ ਬਣੇ ਹੋਏ ਹਾਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਜੋ ਕਿ ਕਿਸੇ ਜਾਣ ਪਛਾਣ ਤੋਂ ਮੁਹਤਾਜ ਨਹੀਂ। ਉਹ ਨਾਮੀ ਹਿਸਟੋਰੀਅਨ ਨੇ ਤੇ ਸਿੱਖ ਹਿਸਟੋਰੀਅਨ ਵਜੋਂ ਉਹਨਾਂ ਦੀ ਵਿਸ਼ੇਸ਼ਤਾ ਮੰਨੀ ਜਾਂਦੀ ਹੈ। ਤੁਹਾਡਾ ਦੈਨਿਕ ਸਵੇਰਾ 'ਚ ਸਵਾਗਤ ਹੈ ਜੀ। ਧੰਨਵਾਦ ਜੀ। ਦੈਨਿਕ ਸਵੇਰਾ ਨੂੰ ਦੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਥੋੜਾ ਜਿਹਾ ਮਾਫੀ ਚਾਹੁੰਦਾ ਕਿ ਸਮਾਂ ਇਸ ਕਰਕੇ ਜ਼ਿਆਦਾ ਲੈ ਲਿਆ ਮੈਂ, ਕਿਉਂਕਿ ਚੀਜ਼ ਨੂੰ ਐਗਜ਼ਿਸਟ ਕਰਨਾ ਜ਼ਰੂਰੀ ਸੀ। ਨਹੀਂ ਠੀਕ ਕੀਤਾ ਤੁਸੀਂ। ਹਾਂ, ਸਬਜੈਕਟ ਨੂੰ ਰਜਿਸਟਰ ਕਰਨਾ ਜ਼ਰੂਰੀ ਸੀ। ਬਿਲਕੁਲ ਠੀਕ ਕੀਤਾ। ਤੁਹਾਡੀ ਪਹਿਲੀ ਟਿੱਪਣੀ ਕੀ ਹੈ ਇਸ ਤੇ? ਦੇਖੋ, ਗੱਲ ਹੈ, ਸਵਾਲ ਇਹ ਹੈ ਕਿ ਕੇਸ਼ਾਂ ਦਾ ਸਤਿਕਾਰ ਜੀ। ਕੇਸ਼ ਇੱਕ ਬਹੁਤ ਮਹੱਤਵਪੂਰਨ ਅੰਗ ਆ ਸਿੱਖ ਦੇ ਖਾਲਸੇ ਦੇ, ਤੋਂ ਐਸੈਂਸ਼ੀਅਲ ਸਿੰਬਲਸ ਹੈਗੇ ਸਾਡੇ, ਇਨਸਿਗਨੀਆ ਰਾਦਰ ਜੀ। ਇਸੇ ਤਰੀਕੇ ਨਾਲ ਕੇਸਾਂ ਦੀ ਸਾਂਭ ਸੰਭਾਲ ਦੇ ਲਈ ਸਾਨੂੰ ਦਸਤਾਰ ਜ਼ਰੂਰੀ ਹੈ ਜੀ, ਕਿਉਂਕਿ ਕੇਸਾਂ ਨੂੰ ਅਸੀਂ ਖੁੱਲ੍ਹਾ ਤਾਂ ਛੱਡ ਨਹੀਂ ਸਕਦੇ, ਤਾਂ ਉਹਨਾਂ ਦੀ ਸੰਭਾਲ ਦੇ ਲਈ ਹੀ ਦਸਤਾਰ ਦੀ ਜ਼ਰੂਰਤ ਹੈ ਜੀ। ਤੋ ਹੁਣ ਜਿਹੜੀ ਇਹ ਇੱਕ ਕੰਟਰੋਵਰਸੀ ਚੱਲੀ ਆ, ਅਨਫੋਰਚੂਨੇਟਲੀ ਇਸ ਨੂੰ ਚੰਗੀ ਤਰ੍ਹਾਂ ਸਰਕਾਰ ਵੱਲੋਂ ਵੀ ਔਰ ਜਿਹੜੇ ਮਤਲਬ ਪੰਥਕ ਅਦਾਰੇ ਆ ਉਹਨਾਂ ਨੇ ਵੀ ਨਹੀਂ ਆਪਸ ਦੇ ਵਿੱਚ ਡਾਇਲੋਗ ਕਰਕੇ ਪਹਿਲਾਂ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਸੀ ਜੀ। ਤੋ ਹੁਣ ਗੱਲ ਕੀ ਹੈ ਕਿ ਜੋ ਮੈਂ ਪੜ੍ਹਿਆ ਅਖਬਾਰਾਂ ਦੇ ਵਿੱਚ, ਉਸ ਦੇ ਵਿੱਚ ਇਹ ਆ ਕਿ ਬੈਲਿਸਟਿਕ ਹੈਲਮਟ ਬਣਵਾਈ ਆ ਉਹਨਾਂ ਨੇ ਸਪੈਸੀਫਿਕਲੀ ਫॉर ਦਾ ਸਿੱਖ ਫੌਜੀ ਜੀ। ਸਿੱਖ ਫੌਜੀ ਜਿਹੜੇ ਫਰੰਟ ਤੇ ਲੜਦੇ ਆ ਉਹਨਾਂ ਲਈ ਉਹਨਾਂ ਨੇ ਇੱਕ ਸਪੈਸ਼ਲ ਕਿਸਮ ਦੀ ਹੈਲਮਟ ਤਿਆਰ ਕਰਵਾਈ ਹੈ ਜੀ। ਉਸ ਹੈਲਮਟ ਦੀ ਇਹ ਕੁਆਲਿਟੀ ਹੈ ਕਿ ਉਹ ਨਾ ਤਾਂ ਕੇਸ਼ਾਂ ਨੂੰ ਡਿਸਟਰਬ ਕਰੇ, ਨਾ ਉਹ ਦਸਤਾਰ ਨੂੰ ਡਿਸਟਰਬ ਕਰੇ। ਦਸਤਾਰ ਦੇ ਉੱਪਰ ਦੀ ਉਹ ਹੈਲਮਟ ਤੁਸੀਂ ਪਹਿਨ ਸਕਦੇ ਹੋ ਆਪਣੇ ਆਪ ਨੂੰ ਦੁਸ਼ਮਣ ਦੇ ਅਟੈਕ ਤੋਂ ਬਚਾਉਣ ਦੇ ਲਈ। ਉਹ ਹੁਣ ਖਾਸ ਤੌਰ ਤੇ ਬੈਲਿਸਟਿਕ ਜਿਹੜੀ ਹੈਲਮਟ ਉਸ ਨੂੰ ਕਿਹਾ, ਜਿਹੜੇ ਇਸ ਕਿਸਮ ਦੇ ਅੱਜ ਦੇ ਜਿਹੜੇ ਹਥਿਆਰ ਆ ਜੰਗ ਦੇ ਬਹੁਤ ਹੀ ਘਾਤਕ ਆ, ਬਹੁਤ ਹੀ ਜ਼ਿਆਦਾ ਉਹਨਾਂ ਦੀ ਪੈਨੀਟ੍ਰੇਸ਼ਨ ਹੈ ਦੁਸ਼ਮਣ ਦੇ
ਜਿਸਮ ਦੇ ਉੱਤੇ। ਜਿਸ ਤਰ੍ਹਾਂ ਤੁਸੀਂ ਫਰਮਾਇਆ ਆਪਣੀ ਗੱਲ ਦੇ ਵਿੱਚ ਵੀ ਜਿਹੜਾ ਦੁਸ਼ਮਣ ਆ ਉਹ ਮਾਰ ਕਰਦਾ ਵੀ ਦੂਸਰੇ ਦੁਸ਼ਮਣ ਦੇ ਉੱਤੇ ਕਿਹੜੀ ਜਗ੍ਹਾ ਤੋਂ ਕਿਹੜਾ ਵਲਨਰੇਬਲ ਪੁਆਇੰਟ ਆ ਜਿਸ ਦੇ ਉੱਤੇ ਅਸੀਂ ਅਟੈਕ ਕਰੀਏ ਤਾਂ ਦੁਸ਼ਮਣ ਢਾਹ-ਢੇਰੀ ਹੋ ਜਾਵੇ। ਜੀ, ਦੋ ਐਂਗਲ ਆ ਇਸ ਦੇ। ਇੱਕ ਤਾਂ ਹੈਗਾ ਵੀ ਦੁਸ਼ਮਣ ਦੀ ਬੁਲਟ ਤੋਂ ਪ੍ਰੋਟੈਕਟ ਕਰਨਾ, ਦੂਸਰਾ ਇਸ ਦਾ ਇੱਕ ਬਹੁਤ ਇੰਪੋਰਟੈਂਟ ਐਂਗਲ ਆ ਕਿ ਸਬ ਜ਼ੀਰੋ ਲੈਵਲ ਦੇ ਉੱਤੇ ਜਿੱਥੇ ਟੈਂਪਰੇਚਰ ਹੈ, ਜਿਸ ਤਰ੍ਹਾਂ ਚਾਈਨਾ ਦੇ ਉੱਤੇ ਸਾਰੀ ਜਿਹੜੀ ਇੰਡੋ ਚਾਈਨਾ ਬਾਰਡਰ ਆ ਉਹ ਇਸੇ ਕਿਸਮ ਦਾ ਬਾਰਡਰ ਆ। ਜੀ, ਜਿੱਥੋਂ ਤੱਕ ਪਾਕਿਸਤਾਨ ਦੇ ਵਿੱਚ ਵੀ ਕਸ਼ਮੀਰ ਦਾ ਉੱਪਰਲਾ ਜਿਹੜਾ ਬਾਰਡਰ ਆ ਉਸ ਦੇ ਵਿੱਚ ਵੀ ਸਰਦੀਆਂ 'ਚ ਇਸ ਕਿਸਮ ਦੀ ਸਿਚੁਏਸ਼ਨ ਹੋ ਜਾਂਦੀ ਹੈ। ਜੀ, ਤਾਂ ਉੱਥੋਂ ਜਿਹੜਾ ਟੈਂਪਰੇਚਰ ਸਬ ਜ਼ੀਰੋ ਦੇ ਉੱਤੇ ਆ, ਮਾਈਨਸ ਦੇ ਉੱਤੇ ਆ, ਖਾਸ ਤੌਰ ਤੇ ਚਾਈਨਾ ਦੇ ਬਾਰਡਰ ਤੇ ਤਾਂ ਬਹੁਤ ਹੀ ਜ਼ਿਆਦਾ ਐਕਸਟ੍ਰੀਮ ਕਿਸਮ ਦੀ ਠੰਡ ਹੁੰਦੀ ਹੈ। ਹੱਥ ਫਰੋਸਟ ਬਿਟਨ ਹੋ ਜਾਂਦੇ ਆ, ਜਿਹੜਾ ਵੀ ਅੰਗ ਖੁੱਲਾ ਰਹਿ ਗਿਆ ਉਸ ਨੇ ਫਰੋਸਟ ਬਿਟਨ ਹੋ ਜਾਣਾ। ਜੀ, ਹੁਣ ਹੱਥਾਂ ਤੇ ਦਸਤਾਨੇ ਪ੍ਰੋਪਰ ਕਿਸਮ ਦੇ ਤਾਂ ਕਿ ਹੱਥਾਂ ਨੂੰ ਉਸ ਕਿਸਮ ਦੀ ਸਰਦੀ ਤੋਂ ਬਚਾਇਆ ਜਾ ਸਕੇ। ਤਾਂ ਇਸੇ ਤਰੀਕੇ ਨਾਲ ਜਿਹੜੇ ਠੰਡੇ ਮੁਲਕ ਆ ਉਹਨਾਂ ਦੇ ਵਿੱਚ ਹੁਣ ਬਹੁਤ ਸਾਰੇ ਲੋਕ ਇਸ ਕਿਸਮ ਦੀ ਐਵੇਂ ਮਤਲਬ ਕਮੈਂਟ ਦੇ ਦਿੰਦੇ ਆ। ਉੱਥੇ ਇਸ ਕਿਸੇ ਐਡਮਿੰਟਨ ਜੇ ਤੁਸੀਂ ਉੱਥੋਂ ਐਲਬਰਟਾ ਜੀ। ਸਾਈਡ ਤੇ ਜਾਓ ਜੀ, ਤਾਂ ਉੱਥੇ -65 ਡਿਗਰੀ ਟੈਂਪਰੇਚਰ ਹੈ ਅੱਜ। Yes, ਕੱਲ yes. ਪਰਸੋਂ ਦੀ ਗੱਲ ਹੈ। ਜੀ, ਬਿਲਕੁਲ ਬਿਲਕੁਲ। ਤਾਂ -65 ਡਿਗਰੀ ਦੇ ਉੱਤੇ ਜੇ ਤੁਹਾਡੀ ਕਾਰ ਖਰਾਬ ਹੋ ਜੇ ਹਾਈਵੇ ਦੇ ਉੱਤੇ, ਜੀ, ਔਰ ਤੁਸੀਂ ਇਹ ਵੀ ਨਹੀਂ ਇਹ ਕਰ ਨਹੀਂ ਸਕਦੇ ਵੀ ਉਹਦਾ ਦਰਵਾਜ਼ਾ ਖੋਲ੍ਹ ਕੇ ਅਸੀਂ ਉਸ ਦੇ ਲੋਹੇ ਦੇ ਪਾਰਟ ਨੂੰ ਹੱਥ ਕਰ ਲਈਏ। ਜੇ ਲੋਹੇ ਦਾ ਹੱਥ ਨੂੰ ਤੁਸੀਂ ਹੱਥ ਲਾ ਲਿਆ ਚਿਪਕ ਜਾਏਗਾ, ਤੁਹਾਡੇ ਝੜ ਜਾਏਗਾ, ਚਮੜੀ ਜੁੜ ਜਾਏਗੀ। ਚਮੜੀ ਜੁੜ ਜਾਏਗੀ। ਜੀ, ਤੋ ਇਸ ਕਿਸਮ ਦੀਆਂ ਹਾਲਾਤਾਂ ਦੇ ਵਿੱਚ ਦੋ ਪੋਟੈਂਸ਼ੀਅਲ ਡੇਂਜਰ ਆ ਖਾਸ ਤੌਰ ਤੇ ਸਿੱਖ ਸੋਲਜਰਸ ਨੂੰ। ਜੀ, ਇੱਕ ਤਾਂ ਹੈ ਵੀ ਉਹਨਾਂ ਕੋਲ ਇਸ ਵੇਲੇ ਉਸ ਕਿਸਮ ਦੇ ਹਥਿਆਰ ਆ ਜਿਹੜੇ ਬਹੁਤ ਦੂਰੋਂ ਦੁਸ਼ਮਣ ਨੂੰ ਟਾਰਗੇਟ ਕਰਕੇ ਬਹੁਤ ਡੀਪਲੀ ਉਹਨੂੰ ਹਰਟ ਕਰ ਸਕਦੇ ਆ। ਤੋ ਪੱਗ ਦਾ ਕੋਈ ਇਸ ਕਿਸਮ ਦੀ ਪ੍ਰੋਟੈਕਸ਼ਨ ਹੋ ਨਹੀਂ ਸਕਦੀ। ਮੈਂ ਨਹੀਂ ਕਹਿੰਦਾ ਕਿ ਦਸਤਾਰ ਦੀ ਕਿਸੇ ਕਿਸਮ ਦੀ ਕੋਈ ਵੀ ਬੇਇੱਜ਼ਤੀ ਹੋਣੀ ਚਾਹੀਦੀ ਹੈ ਜੀ। ਜਾਂ ਉਸ ਦੀ ਤੋਹੀਨ ਹੋਣੀ ਚਾਹੀਦੀ ਹੈ ਜਾਂ ਉਸ ਦੀ ਮਰਿਆਦਾ ਦੇ ਉੱਤੇ ਕਿਸੇ ਕਿਸਮ ਦਾ ਕੋਈ ਕਿੰਤੂ ਪ੍ਰੰਤੂ ਹੋਣਾ ਚਾਹੀਦਾ। ਤੁਸੀਂ ਸਰਕਾਰ ਨਾਲ ਬੈਠ ਕੇ ਗੱਲ ਕਰੋ। ਜਿਹੜੇ ਸਾਡੇ ਫੌਜੀ ਆ ਵੀਰ ਸਿੱਖ, ਜੇ ਉਹ ਬਹੁਤ ਕੈਜੁਅਲਟੀ ਉਹਨਾਂ ਦੀ ਹੁੰਦੀ ਹੈ, ਮੈਂ ਤਾਂ ਘਰੇ ਬੈਠਾ ਵੀ ਉਹਨਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਾ। ਬੜਾ ਮੈਨੂੰ ਤਕਲੀਫ ਹੁੰਦੀ ਹੈ ਜੀ, ਜਦੋਂ ਮੈਂ ਦੇਖਦਾ ਵੀ ਸੂਬੇਦਾਰ ਫਲਾਣਾ ਸਿੰਘ, ਜਮਾਦਾਰ ਫਲਾਣਾ ਸਿੰਘ, ਸਿਪਾਹੀ ਫਲਾਣਾ ਸਿੰਘ ਸ਼ਹੀਦ ਹੋ ਗਿਆ ਇੰਡੋ ਚਾਈਨਾ ਬਾਰਡਰ ਤੇ ਜਾਂ ਇੰਡੋ ਪਾਕਿਸਤਾਨ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ। ਜੀ, ਜੀ, ਤੋ ਜੇ ਸਰਕਾਰ ਨੇ ਇਸ ਕਿਸਮ ਦੀ ਪਹਿਲਾਂ ਤਾਂ ਸਰਕਾਰ ਦੀ ਵੀ ਗਲਤੀ ਹੈ। ਉਹਨਾਂ ਨੂੰ ਖਾਸ ਤੌਰ ਤੇ ਜਿਹੜੇ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਨੇਜ ਕਰਦੇ ਆ, ਉਹਨਾਂ ਦੇ ਕਾਰਨਕੁਨਾਂ ਨਾਲ ਅਕ੍ਰੋਸ ਦੀ ਟੇਬਲ ਗੱਲ ਕਰਨੀ ਚਾਹੀਦੀ ਸੀ। ਜਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਪਹਿਲਾਂ ਖਰੜਾ ਬਣਾ ਕੇ ਭੇਜ ਦਿੰਦੇ। ਹਾਂ, ਜਥੇਦਾਰ ਸਾਹਿਬ ਜਾਂ ਭੇਜ ਦਿੱਤਾ ਜਾਵੇ। ਡਾਇਲੌਗ ਹੁਣ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਹਾਂ, ਉਹਨਾਂ ਨਾਲ ਬੈਠ ਕੇ ਤੁਸੀਂ ਗੱਲ ਕਰੋ। ਫਿਰ ਬਹੁਤ ਸਿੱਖ ਜਰਨੈਲ ਆ ਰਿਟਾਇਰਡ ਜੀ, ਆਰਮੀ ਦੇ ਵਿੱਚੋਂ, ਬਿਲਕੁਲ, ਜਿਹੜੇ ਬਹੁਤ ਹੀ ਸੰਜੀਦਾ ਹੈਗੇ, ਬਹੁਤ ਸੂਝਵਾਨ ਆ, ਬਹੁਤ ਗਿਆਨਵਾਨ ਆ, ਉਹਨਾਂ ਨੂੰ ਵੀ ਉੱਥੇ ਬਿਠਾਉਣਾ ਚਾਹੀਦਾ ਵੀ ਤੁਸੀਂ ਵੀ ਆਪਣਾ ਓਪੀਨੀਅਨ ਦਿਓ। ਔਰ ਉਹ ਕੇਸ਼ਾਧਾਰੀ ਹੈ, ਮੋਸਟ ਆਫ ਦੈਮ ਆਰ ਕੇਸ਼ਾਧਾਰੀ, ਔਰ ਹੁਣ ਵੀ ਉਹ ਰਿਟਾਇਰ ਹੋ ਕੇ ਮਤਲਬ ਸਿੱਖ ਮੁੱਦਿਆਂ ਤੇ ਆਪਣਾ ਪਹਿਰਾ ਦਿੰਦੇ ਆ। ਉਹਨਾਂ ਦਾ ਵੀ ਸਲਾਹ ਮਸ਼ਵਰਾ ਤੇ ਓਪੀਨੀਅਨ ਲੈਣਾ ਚਾਹੀਦਾ ਸੀ। ਤਾਂ ਤਿੰਨ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਸੀ। ਫਿਰ ਉਸ ਦੇ ਨਾਲ ਜਿਹੜੇ ਸਿੱਖ ਇੰਟੈਲੈਕਚੁਅਲ ਆ ਉਹਨਾਂ ਦਾ ਵੀ ਓਪੀਨੀਅਨ ਤੁਸੀਂ ਸੀਕ ਕਰ ਲਓ। ਤਾਂ ਇਸ ਕਰਕੇ ਇਹ ਜਿਹੜੀ ਚੀਜ਼ ਕੀਤੀ ਹੈ ਸਰਕਾਰ ਨੇ, ਮੈਂ ਸਮਝਦਾ ਇਹਦੇ 'ਚ ਕੋਈ ਮੈਲਿਸ ਨਹੀਂ ਹੈ ਜੀ। ਇਸ ਨੂੰ ਮਤਲਬ ਥੋੜ੍ਹੀ ਜਿਹੀ ਸਹਿਜ ਅਵਸਥਾ ਦੇ ਵਿੱਚ ਜਾ ਕੇ, ਜਿਹੜਾ ਕਿ ਬਹੁਤ ਜ਼ਰੂਰੀ ਹੈ ਕਿਸੇ ਵੀ ਸਿੱਖ ਲਈ, ਇਸ ਦੀ ਪ੍ਰੋਜ਼ ਐਂਡ ਕੋਨਸ ਇਸ ਨੂੰ ਤੁਸੀਂ ਡਿਸਕਸ ਕਰੋ। ਪਹਿਲਾਂ ਤਾਂ ਇਹ ਆਪਾਂ ਦੇਖੀਏ ਵੀ ਕੀ ਇਹ ਜਿਹੜੀ ਬੈਲਿਸਟਿਕ ਹੈਲਮਟ ਹੈ ਕਿ ਕੇਸਾਂ ਦੀ ਬੇਅਦਬੀ ਕਰਦੀ ਹੈ, ਕੇਸਾਂ ਨੂੰ ਡਿਸਟਰਬ ਕਰਦੀ ਹੈ, ਕੇਸਾਂ ਦੇ ਉੱਤੇ ਕਿਸੇ ਕਿਸਮ ਦਾ ਉਹਨੂੰ ਟੱਚ ਕਰਦੀ ਹੈ। ਇੱਕ ਗੱਲ। ਦੂਸਰੀ ਗੱਲ, ਕੇਸਾਂ ਨੂੰ ਸੰਭਾਲ ਦੇ ਲਈ ਅਸੀਂ ਦਸਤਾਰ ਸਜਾਉਂਦੇ ਹਾਂ। ਦਸਤਾਰ ਸਾਡੀ ਹੈਰੀਟੇਜ ਆ। ਤਾਂ ਤੁਸੀਂ ਉਸ ਦੇ ਵਿੱਚ ਵੀ ਦੇਖ ਲਓ ਵੀ ਜੇ ਤਾਂ ਦਸਤਾਰ ਨੂੰ ਡਿਸਟਰਬ ਕਰਦੀ ਹੈ ਤਾਂ ਤੁਸੀਂ ਉਸ 'ਤੇ ਆਪਣਾ ਨੁਕਤਾ ਜ਼ਾਹਰ ਕਰੋ। ਜੇ ਤੁਸੀਂ ਕੋਈ ਵੀ ਗੱਲ ਕਰ ਰਹੇ ਹੋ, ਅੱਜ ਸਾਇੰਟੀਫਿਕ ਯੁੱਗ ਆ, ਮਾਡਰਨ ਏਜ ਆ, ਉਸ ਦੇ ਵਿੱਚ ਤੁਹਾਨੂੰ ਸਾਇੰਟੀਫਿਕਲੀ ਗੱਲ ਕਰਨੀ ਪਏਗੀ, ਲੌਜੀਕਲੀ ਗੱਲ ਕਰਨੀ ਪਏਗੀ। ਆਪਣੇ ਦੁਸ਼ਮਣ ਨੂੰ ਜਾਂ ਆਪਣਾ ਜਿਹੜਾ ਵੀ ਕੋਈ ਵੀ ਬੰਦਾ ਅਕ੍ਰੋਸ ਦੀ ਟੇਬਲ ਤੁਹਾਡੇ ਨਾਲ ਗੱਲ ਕਰ ਰਿਹਾ, ਉਹਨੂੰ ਕਨਵਿੰਸ ਕਰਨਾ ਪਏਗਾ।
ਤੋ ਅਸੀਂ ਆਪਣੇ ਇੱਕ ਐਂਗਲ ਤਾਂ ਇਹ ਆ ਵੀ ਅਸੀਂ ਇਸ ਕਿਸਮ ਦੀ ਪ੍ਰੋਟੈਕਸ਼ਨ ਨੂੰ ਜੇ ਨਹੀਂ ਯੂਜ਼ ਕਰਦੇ ਤਾਂ ਸਾਡੇ ਜਿਹੜੇ ਸਿੱਖ ਫੌਜੀ ਆ ਉਹ ਵਲਨਰੇਬਲ ਆ ਜੀ, ਉਹਨਾਂ ਤੇ ਅਟੈਕ ਹੋ ਸਕਦਾ ਔਰ ਉਹ ਅਟੈਕ ਦਾ ਉਹ ਮਤਲਬ ਸਾਹਮਣਾ ਨਹੀਂ ਕਰਨਗੇ। ਦੇ ਵਿਲ ਬੀ ਕੈਜੂਅਲਿਟੀ, ਜੀ, ਸ਼ਹੀਦ ਹੋ ਜਾਣਗੇ ਵਿਚਾਰੇ। ਜੀ, ਜੀ, ਬਹੁਤ ਵੱਡੀ ਗੱਲ ਹੈ, ਬਹੁਤ ਹੀ ਮਤਲਬ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਸ਼ਹੀਦ ਹੋ ਜਾਂਦੇ ਆ ਜੀ, ਔਰ ਬੜੀ ਜਵਾਨੀ 'ਚ ਫੌਜੀ ਬੜੇ ਛੋਟੀ ਉਮਰ ਦੇ ਵਿਚਾਰੇ ਹੁੰਦੇ, ਕਈਆਂ ਦੀਆਂ ਸ਼ਾਦੀਆਂ ਵੀ ਨਹੀਂ ਹੁੰਦੀਆਂ, ਕਈਆਂ ਦੀ ਸ਼ਾਦੀਆਂ ਹੋਇਆ ਨੂੰ 6 ਮਹੀਨੇ ਸਾਲ 2 ਸਾਲ ਇਸ ਕਿਸਮ ਦੀ ਅਖਬਾਰਾਂ 'ਚ ਅਸੀਂ ਪੜ੍ਹਦੇ ਰਹਿੰਦੇ। ਤੋ ਉਹ ਸਹਿਜ ਦੇ ਵਿੱਚ ਹੋ ਕੇ ਸਾਰੀਆਂ ਚੀਜ਼ਾਂ ਸੋਚ ਸਮਝ ਕੇ, ਸਰਕਾਰ ਦਾ ਕੀ ਜਾਂਦਾ, ਉਹ ਕਹਿਣਗੇ ਚੰਗਾ ਤੁਸੀਂ ਪੱਗ ਬੰਨ੍ਹ ਕੇ ਆ ਜਾਓ। ਅਸੀਂ ਆਪਣੇ ਬਤੌਰ ਸਿੱਖ ਕੌਮ ਦੇ ਰਹਿਬਰ ਹੁੰਦੇ ਹੋਏ ਜਿਹੜੇ ਲੋਕ ਇਸ ਕਿਸਮ ਦੀਆਂ ਸਟੇਟਮੈਂਟਾਂ ਦੇ ਰਹੇ ਆ, ਉਹਨਾਂ ਨੂੰ ਸਹਿਜ ਦੇ ਵਿੱਚ ਇਸ ਦੀਆਂ ਸਾਰੀਆਂ ਇੰਪਲੀਕੇਸ਼ਨ ਸੋਚਣੀਆਂ ਜੀ। ਚਾਹੀਦੀਆਂ। ਬਿਲਕੁਲ ਦੇਖੋ, ਅੱਜ ਉਹ ਸਮਾਂ ਆ ਗਿਆ, ਪਾਕਿਸਤਾਨ ਦੇ ਵਿੱਚ ਵੀ ਪੁਲਿਸ ਦੇ ਵਿੱਚ ਸਿੱਖ ਦਸਤਾਰਧਾਰੀ ਜਾਣ ਲੱਗ ਪਏ ਨੇ। ਮਗਰ ਪਾਕਿਸਤਾਨ ਦਾ ਰੈਫਰੈਂਸ ਸਭ ਤੋਂ ਪਹਿਲਾਂ ਮੈਂ ਇਸ ਕਰਕੇ ਚੱਕਿਆ ਕਿ ਜਿੱਥੇ ਮੰਨਿਆ ਜਾਂਦਾ ਸੀ ਕਿ ਘੱਟ ਗਿਣਤੀਆਂ ਦੀ ਕੋਈ ਥਾਂ ਹੀ ਨਹੀਂ ਹੈ। ਫਰਾਂਸ ਦੀ ਗੱਲ ਕਰ ਲਓ, ਆਪਾਂ ਅਮਰੀਕਾ ਦੀ ਗੱਲ ਕਰ ਲਓ, ਕੈਨੇਡੀਅਨ ਜਿਹੜੀਆਂ ਡਿਫਰੈਂਟ ਫੋਰਸਿਸ ਨੇ ਉਹਨਾਂ ਦੀਆਂ ਹੇਠਾਂ ਤੋਂ ਉੱਪਰ ਤੱਕ, ਉਹਦੇ ਵਿੱਚ ਪਗੜੀਧਾਰੀ ਜਾਣ ਲੱਗ ਪਏ ਨੇ। ਮਤਲਬ ਇਹ ਹੋ ਸਕਦਾ, ਜਿਵੇਂ ਜੋ ਮੈਂ ਤੁਹਾਡੀ ਗੱਲ ਨੂੰ ਥੋੜਾ ਜਿਹਾ ਐਕਸਟੈਂਸ਼ਨ ਦੇ ਰਿਹਾ ਕਿ ਹੋ ਸਕਦਾ ਹੈ ਕਿ ਇਹਦਾ ਨੈਗੇਟਿਵ ਇੰਪੈਕਟ ਇਹ ਪਏ ਕਿ ਪਗੜੀਧਾਰੀ ਜਾਣਾ ਬੰਦ ਕਰ ਦੇਣ, ਉਹ ਹੋਰ ਕੋਈ ਆਪਣਾ ਆਪਸ਼ਨਸ ਦੇਖਣ ਲੱਗ ਪਣ। ਪਰ ਮੇਰਾ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਆਪਾਂ ਹੁਣ ਦੀ ਗੱਲ ਤਾਂ ਕਰ ਲਈ, ਹੁਣ ਦੀ ਗੱਲ ਆਪਾਂ ਇਹ ਵੀ ਕਹਿ ਦਿੱਤਾ। ਮੈਂ ਜਾਣਦਾ ਕਰਨਲ ਜਸਬੀਰ ਭੁੱਲਰ ਨੇ, ਬੜੇ ਨਾਮਵਰ ਪੰਜਾਬੀ ਦੇ ਕਹਾਣੀਕਾਰ ਨੇ ਉਹ, ਮੈਂ ਉਹਨਾਂ ਨੂੰ ਮਿਲਦਾ ਰਿਹਾ ਤੇ ਮੈਂ ਉਹਨਾਂ ਦੀ ਇੰਟਰਵਿਊਜ਼ ਵੀ ਕਰਦਾ ਰਿਹਾ। ਅੱਜ ਤੋਂ 15-20 ਸਾਲ ਪਹਿਲਾਂ ਕੀਤੀ ਸੀ। ਉਹ ਸਿਆਚਿਨ ਦੇ ਵਿੱਚ ਰਹੇ ਨੇ ਜੀ, ਜੋ ਤੁਸੀਂ ਹੱਥ ਲਾ ਕੇ ਕਿਹਾ ਸੀ ਕਿ ਜਿਹੜਾ ਅਲਬਰਟਾ ਸਟੇਟ ਦੇ ਵਿੱਚ ਹੱਥ ਝੜ ਜਾਏਗਾ, ਸਿਆਚਿਨ ਤਾਂ ਇਸ ਤੋਂ ਵੀ ਘਾਤਕ ਹੈ ਤੇ ਉਹ ਵੀ ਪਗੜੀਧਾਰੀ ਸਿੱਖ ਨੇ। ਚਲੋ ਆਪਾਂ ਗੱਲ ਜਿਹੜੀ ਮੈਂ ਤੁਹਾਡੇ ਕੋਲ ਆਉਣ ਦਾ ਮਕਸਦ ਇਹ ਸੀ ਕਿ ਆਪਾਂ ਸਿੱਖ ਵਾਰ ਹਿਸਟਰੀ ਜਿਹੜੀ ਹੈ, ਸਿੱਖ ਜੰਗੀ ਇਤਿਹਾਸ ਜਿਹੜਾ ਹੈ, ਉਸ ਚੋਂ ਰੈਫਰੈਂਸ ਕੱਢੀਏ। ਠੀਕ ਹੈ, ਕਦੇ ਆਪਾਂ ਨਹੀਂ ਕਿਸੇ ਚਿੱਤਰ ਦੇ ਵਿੱਚ ਜਾਂ ਕਿਸੇ ਇਤਿਹਾਸਕ ਕਿਤਾਬ ਦੇ ਵਿੱਚ ਜਾਂ ਕਿਸੇ ਹੋਰ ਥਾਂ ਦੇ ਉੱਤੇ ਵੇਰਵਾ ਨਹੀਂ ਦੇਖਿਆ ਕਿ ਪਗੜੀ ਤੋਂ ਇਲਾਵਾ ਕਿਸੇ ਸਿੱਖ ਫੌਜੀ ਨੇ, ਕਿਸੇ ਸਿੱਖ ਯੋਧੇ ਨੇ ਸਣੇ ਗੁਰੂ ਸਾਹਿਬਾਨ ਕਿ ਸਿਰ ਦੇ ਉੱਤੇ ਪਗੜੀ ਤੋਂ ਇਲਾਵਾ ਕੋਈ ਹੋਰ ਧਾਰਨ ਕੀਤਾ, ਚੱਕਰ ਧਾਰਨ ਜ਼ਰੂਰ ਕੀਤੇ ਨੇ। ਉਹ ਰੈਫਰੈਂਸ ਕੀ ਹੈ ਜੀ? ਕਿਹੜੀ ਚੀਜ਼ਾਂ ਮੀਡੀਅਮ ਮਿਲਦੇ ਨੇ? ਮੈਂ ਇੱਕ ਲੈਫਟ ਮੇਜਰ ਜਨਰਲ ਰਿਟਾਇਰਡ ਆ ਹੁਣ ਤਾਂ, ਉਹ ਧਾਲੀਵਾਲ ਸਾਹਿਬ ਸੀ, ਉਹਨਾਂ ਨੇ PhD ਮੇਰੇ ਅੰਡਰ ਕੀਤੀ ਸੀ ਜੀ। ਮੈਂ ਉਹ ਸਾਰੀ ਸਿੱਖ ਵਾਰ ਹਿਸਟਰੀ ਦੇ ਉੱਤੇ ਸੀ ਜੀ, ਸਮਝੇ ਜੀ। ਉਹਦੇ ਵਿੱਚ ਉਹਨਾਂ ਨੇ ਸਾਰੀ ਚੀਜ਼ ਨੂੰ ਐਗਜ਼ਾਮਨ ਕੀਤਾ ਕਿਉਂਕਿ ਉਹ ਫੌਜ ਦੇ ਟੈਕਟਿਕਸ ਨੂੰ, ਫੌਜ ਦੀ ਸਟ੍ਰੈਟਜੀ ਨੂੰ, ਵਾਰ ਸਟ੍ਰੈਟਜੀ ਨੂੰ ਬੈਟਰ ਮੇਰੇ ਨਾਲ ਅੰਡਰਸਟੈਂਡ ਕਰਦੇ ਸੀ ਜੀ। ਉਹ ਮੈਂ ਹਿਸਟਰੀ ਦੇ ਪੁਆਇੰਟ ਆਫ ਵਿਊ ਤੋਂ ਉਹਨਾਂ ਨੂੰ ਗਾਈਡ ਕਰਦਾ ਸੀ। ਤਾਂ ਉਹਨਾਂ ਦਾ PhD ਦਾ ਥੀਸਿਸ ਆ, ਉਹ ਮੈਂ PhD ਕਰਵਾਈ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ। ਉਹ ਪਿਆ ਹਲੇ, ਉਹਦੀ ਕਾਪੀਆਂ ਪਈਆਂ। ਉਸ ਦੇ ਵਿੱਚ ਅਸੀਂ ਕੀ ਦੇਖਿਆ ਵੀ ਚਲੋ ਕਿਰਪਾਨ ਤਾਂ ਮਹਾਰਾਜ ਨੇ ਬਖਸ਼ੀ ਆ, ਸਾਡਾ 5 ਕਕਾਰਾਂ ਦਾ ਬਹੁਤ ਇੰਪੋਰਟੈਂਟ ਪਾਰਟ ਆ ਜੀ। ਪਰ ਢਾਲ ਜਿਹੜੀ ਆ ਉਹਦਾ ਕੋਈ ਰੈਫਰੈਂਸ ਕਿਸੇ ਜਗ੍ਹਾ ਆਉਂਦਾ ਨਹੀਂ, ਜਿਹਨੂੰ ਤੁਸੀਂ ਸ਼ੀਲਡ ਕਹਿ ਲਓ, ਜੋ ਮਰਜ਼ੀ ਕਹਿ ਲਓ। ਢਾਲ ਦਾ ਸਿੱਖਾਂ ਨੇ ਸ਼ੁਰੂ ਤੋਂ ਲੈ ਕੇ ਗੁਰੂਆਂ ਦੇ ਪੀਰੀਅਡ ਤੋਂ ਲੈ ਕੇ ਇਸਤੇਮਾਲ ਕੀਤਾ ਵਾਰਫੇਅਰ ਦੇ ਵਿੱਚ। ਤਾਂ ਢਾਲ ਦਾ ਕੀ ਮਕਸਦ ਹੈ ਕਿ ਦੁਸ਼ਮਣ ਦੇ ਅਟੈਕ ਨੂੰ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਫਿਰ ਦੁਸ਼ਮਣ ਤੇ ਅਟੈਕ ਕਰਨਾ ਜੀ। ਤੋਂ ਢਾਲ ਦੀ ਕੋਈ ਰੈਫਰੈਂਸ ਨਹੀਂ। ਢਾਲ ਜਿਹੜਾ ਜੰਗੀ ਇਤਿਹਾਸ ਹੈ ਦੁਨੀਆ ਦਾ, ਉੱਥੋਂ ਆਈ ਹੈ। ਹਾਂਜੀ। ਉਹ ਸਿੱਖ ਜੰਗੀ ਇਤਿਹਾਸ ਸ਼ਾਮਲ ਹੁੰਦੀ ਹੈ। ਹਾਂ, ਸਿੱਖਾਂ ਨੇ ਉਸ ਦਾ ਪੂਰਨ ਇਸਤੇਮਾਲ, ਸਿੱਖਾਂ ਨੇ ਗਨ ਪਾਊਡਰ ਦਾ ਇਸਤੇਮਾਲ ਕੀਤਾ, ਗੁਰੂਆਂ ਦੇ ਪੀਰੀਅਡ ਤੋਂ ਗਨ ਪਾਊਡਰ ਦਾ ਇਸਤੇਮਾਲ ਹੋਇਆ। ਔਰ ਮਹਾਰਾਜਾ ਰਣਜੀਤ ਸਿੰਘ ਨੇ ਫਰਾਂਸ ਤੋਂ ਬੰਦੇ ਲਿਆ ਕੇ ਆਪਣੀ ਜਿਹੜੀ ਆਰਮੀ ਸੀ ਉਹਨੂੰ ਰੀਆਰਗੇਨਾਈਜ਼ ਕੀਤਾ ਔਰ ਬੜੀ ਤਾਕਤਵਰ ਆਰਟਿਲਰੀ ਬਣਾਈ, ਗਨ ਪਾਊਡਰ ਤਿਆਰ ਕੀਤਾ, ਗਨਸ ਤਿਆਰ ਕੀਤੀਆਂ ਜਿਹੜੀਆਂ ਅੱਜ ਵੀ ਮੌਜੂਦ ਆ ਜੀ। ਤੋਂ ਮੇਰਾ ਮਤਲਬ ਕਹਿੰਦਾ ਹੈ ਵਾਰਫੇਅਰ ਦੇ ਲਈ ਸਿੱਖਾਂ ਨੇ ਹਰ ਜਿਹੜੀ ਉਸ ਵੇਲੇ ਬੈਸਟ ਆਫ ਦੀ ਟੈਕਨੋਲੋਜੀ ਅਵੇਲੇਬਲ ਸੀ ਉਹਦਾ ਇਸਤੇਮਾਲ ਕੀਤਾ। ਉਹਨਾਂ ਨੇ ਆਪਣੀ ਪ੍ਰੋਟੈਕਸ਼ਨ ਦਾ, ਹੁਣ ਦੇਖੋ ਕਬਜ਼ ਹੁੰਦੇ ਆ ਲੋਹੇ ਦੇ ਜਿਹੜੇ ਸਰੀਰ ਦੇ ਉੱਤੇ ਪਾਏ ਜਾਂਦੇ ਆ ਜੀ, ਉਹ ਸਿੱਖਾਂ ਵਾਰੀਅਰਸ ਦੇ ਹਲੇ ਤੱਕ ਮੌਜੂਦ ਆ। ਉਹਨਾਂ ਨੇ ਅਜਾਇਬ ਘਰਾਂ 'ਚ ਪਏ, ਅਜਾਇਬ ਘਰਾਂ 'ਚ ਪਏ, ਕਈ ਗੁਰਦੁਆਰਿਆਂ 'ਚ ਵੀ, ਕਈਆਂ ਦੇ ਪਰਸਨਲ ਵੀ ਆਪਣੇ ਰੱਖੀਆਂ ਵੀ ਐਂਟੀਕਸ ਜੀ। ਤੋਂ ਸਾਰੇ ਇਸ ਕਿਸਮ ਦੇ ਇਸੇ ਤਰੀਕੇ ਨਾਲ ਚੱਕਰ ਦਾ ਰੈਫਰੈਂਸ ਨਹੀਂ ਹੈ। 5 ਕਕਾਰਾਂ 'ਚ ਤਾਂ ਨਹੀਂ ਹੈ ਨਾ, ਘੱਟੋ ਘੱਟ ਕੱਛ, ਕੰਘਾ, ਕੜਾ, ਕਿਰਪਾਨ ਉਹਨਾਂ 'ਚ ਨਹੀਂ ਹੈ। ਲੇਕਿਨ
ਲੇਕਿਨ ਉਹਨਾਂ ਨੇ ਮਤਲਬ ਕਿਉਂ ਇਸਤੇਮਾਲ ਕੀਤਾ ਉਹਦਾ ਵੀ ਜਦੋਂ ਸਿਰ ਦੇ ਉੱਤੇ ਅਟੈਕ ਹੋਵੇ ਤਾਂ ਉਸ ਦੇ ਨਾਲੋਂ ਪ੍ਰੋਟੈਕਟ ਕੀਤਾ ਜਾ ਸਕਦਾ ਸਿਰ ਜੀ ਸਮਝੇ ਜੀ। ਤਾਂ ਇਸ ਕਰਕੇ ਜਿਹੜੇ ਮਤਲਬ ਸਾਰੀ ਇਸ ਕਿਸਮ ਦਾ ਵਾਵ ਰੋਲਾ ਉਠਾਇਆ ਜਾ ਰਿਹਾ ਉਸ ਤੇ ਸਾਰੇ ਪ੍ਰੋਜ਼ ਐਂਡ ਕੋਨਸ ਡਿਸਕਸ ਕਰਨੇ ਚਾਹੀਦੇ ਆ, ਸਹਿਜ ਅਵਸਥਾ 'ਚ ਕਰਨੇ ਚਾਹੀਦੇ ਆ। ਇਸ ਚੀਜ਼ ਦੇ ਨਾਲ ਤੁਹਾਡੇ ਕੇਸਾਂ ਦੀ ਜੇ ਕੋਈ ਤੋਹੀਨ ਹੁੰਦੀ ਆ, ਜੇ ਉਸ ਦੀ ਕੋਈ ਮਤਲਬ ਉਸ ਦਾ ਸਤਿਕਾਰ ਘਟਦਾ, ਤੁਸੀਂ ਜਾ ਕੇ ਸਰਕਾਰ ਨੂੰ ਦੱਸੋ ਭਾਈ ਸਾਡੇ ਤਾਂ ਕੇਸ ਐਸੈਂਸ਼ੀਅਲ ਆ, ਸਾਡਾ ਤਾਂ ਪਾਰਟ ਆ ਸਿੱਖੀਜ਼ਮ ਦਾ ਡਿਸਿਪਲਿਨ ਹੈ। ਜੀ ਜੀ। ਤੇ ਇਸੇ ਤਰੀਕੇ ਦੇ ਨਾਲ ਜੇ ਤੁਹਾਡੀ ਪਗੜੀ ਨੂੰ ਉਸ ਦੇ ਵਿੱਚ ਕੋਈ ਕਿਸੇ ਕਿਸਮ ਦਾ ਹਾਰਮ ਹੁੰਦਾ ਉਹ ਵੀ ਤੁਸੀਂ ਜਾ ਕੇ ਉੱਤੇ ਬਿਲਕੁਲ ਬਿਲਕੁਲ ਡਾਇਲੌਗ ਨਾਲ ਫਰਾਂਸ 'ਚ ਪਗੜੀ ਦਾ ਮਸਲਾ ਸੁਲਝਾਇਆ ਜਾ ਸਕਿਆ ਤੇ ਆਪਾਂ ਇੰਟਰਨੈਸ਼ਨਲ ਜਿਹੜੀ ਫਲਾਈਟਸ ਨੇ ਉਹਨਾਂ 'ਚ ਆਪਾਂ ਕਿਰਪਾਨ ਦਾ ਮਸਲਾ ਵੀ ਕਿਸੇ ਤਰ੍ਹਾਂ ਐਡਜਸਟ ਕੀਤਾ ਹੈ। ਅਸੀਂ ਪਾਰਲੀਮੈਂਟ ਦੇ ਵਿੱਚ ਕਿਰਪਾਨ ਦਾ ਮਸਲਾ ਵੀ ਐਡਜਸਟ ਕੀਤਾ ਹੈ, ਪਰ ਡਾਇਲੌਗ ਨਾਲ ਹੋਇਆ ਸਾਰਾ ਕੁਝ ਹੋਇਆ। ਹਾਂ, ਤਾਂ ਇਸੇ ਤਰੀਕੇ ਨਾਲ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਵੀ ਹਾਕੀ ਸਾਡੀ ਬਹੁਤ ਬੜੀ ਫੇਵਰੇਟ ਗੇਮ ਹੈ। ਪੰਜਾਬੀ ਤਾਂ ਸਭ ਤੋਂ ਵੱਧ ਰਹੇ ਨੇ, ਖਾਸ ਕਰਕੇ ਕੇਸਾਧਾਰੀ ਪੰਜਾਬੀ ਸੁਰਜੀਤ ਨੂੰ ਕੌਣ ਨਹੀਂ ਜਾਣਦਾ। ਸਾਰੇ ਉਹ ਮਤਲਬ ਜਿਹੜਾ ਗੋਲਕੀਪਰ ਆ ਹੁਣ ਉਸ ਤੇ ਤੋਂ ਤੁਸੀਂ ਹੈਲਮਟ ਉਤਾਰ ਕੇ ਉਹਨੂੰ ਵਲਨਰੇਬਲ ਬਣਾ ਰਹੇ ਹੋ ਵੀ ਉਹਦੇ ਕਿਉਂਕਿ ਉਹ ਇੰਨੀ ਜ਼ੋਰ ਦੀ ਬਾਲ ਦਾ ਫੋਰਸ ਬੁਲਟ ਦੀ ਸਪੀਡ ਤੇ ਆਉਂਦੀ, ਬੁਲਟ ਦੀ ਸਪੀਡ ਤੇ ਆਉਂਦੀ ਆ ਔਰ ਤੁਹਾਨੂੰ ਮਤਲਬ ਤੁਹਾਡਾ ਸਾਰਾ ਕੁਝ ਅੱਖ ਨੂੰ ਡੈਮੇਜ ਕਰ ਦੂਗੀ, ਤੁਹਾਡੇ ਫੇਸ ਨੂੰ ਡੈਮੇਜ ਕਰ ਦੂਗੀ, ਤੁਹਾਡੇ ਸਿਰ ਨੂੰ ਡੈਮੇਜ ਕਰ ਦੂ। ਇਸੇ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਕ੍ਰਿਕਟ ਦੀ, ਬੇਸਬਾਲ ਦੀ, ਹੋਰ ਸਾਰੀਆਂ ਗੇਮਾਂ ਦੇ ਵਿੱਚ ਦੇਖੋ ਥੋੜ੍ਹੀ ਬਹੁਤੀ ਇਸ ਨੂੰ ਰੈਸ਼ਨਲੀ ਲੌਜੀਕਲੀ ਜਿਹੜਾ ਬੰਦਾ ਉਸ ਚੀਜ਼ 'ਚ ਇਨਵੋਲਵਡ ਆ ਉਸ ਦੀ ਵੀ ਸਲਾਹ ਮਸ਼ਵਰਾ ਲੈਣਾ ਜ਼ਰੂਰੀ ਹੈ। ਇੱਕਦਮ ਕੁਇਕਲੀ ਫਾਸਟ ਸਟੇਟਮੈਂਟ ਦੇ ਦੇਣੀ ਮੈਂ ਸਮਝਦਾ ਇਹ ਸ਼ੋਭਾ ਨਹੀਂ ਦਿੰਦੀ। ਤੋ ਮਤਲਬ ਬਹੁਤ ਸਤਿਕਾਰਿਤ ਜਗ੍ਹਾ ਹੈਗੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ, ਉਹਨਾਂ ਨੂੰ ਇਸ ਦੇ ਉੱਤੇ ਵੱਡੇ ਵੱਡੇ ਜਿਹੜੇ ਫੌਜੀ ਸਿੱਖ ਆਫੀਸਰ ਰਿਟਾਇਰਡ ਆ ਉਹਨਾਂ ਤੋਂ ਸਲਾਹ ਮਸ਼ਵਰਾ ਜ਼ਰੂਰ ਲੈ ਲੈਣਾ ਚਾਹੀਦਾ ਸੀ। ਦੇਖੋ ਮੇਰੇ ਖਿਆਲ 'ਚ ਤਾਂ ਅਕਾਲ ਤਖਤ ਸਾਹਿਬ ਦੇ ਪੱਧਰ ਦੇ ਉੱਤੇ ਇਸ ਤਰ੍ਹਾਂ ਜਿਸ ਤਰ੍ਹਾਂ ਜਿਹੜੀਆਂ ਧਿਰਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਵੱਡੇ ਵੱਡੇ ਜਿਹੜੇ ਜਰਨੈਲ ਜਿਹੜੇ ਨੇ ਅੱਜ ਦੇ ਸਮੇਂ ਦੇ ਵੀ, ਅੰਗਰੇਜ਼ਾਂ ਦੇ ਸਮੇਂ ਤੋਂ ਪਹਿਲੀ ਵਿਸ਼ਵ ਯੁੱਧ, ਦੂਜਾ ਵਿਸ਼ਵ ਯੁੱਧ, ਚਾਈਨਾ ਤੇ ਇੰਡੀਆ ਦਾ ਜਿਹੜਾ ਜੰਗ ਸੀ, ਕੋਈ ਦੂਜੀ ਜੰਗ ਹੋਈ ਚਾਈਨਾ ਨਾਲ, ਪਾਕਿਸਤਾਨ ਨਾਲ 2 ਜੰਗਾਂ ਹੋਈਆਂ, ਉਹਨਾਂ ਦੇ ਕਿੰਨੇ ਹੀ ਯੋਧੇ, ਜਨਰਲ ਅਰੋੜਾ ਤਾਂ ਭਾਵੇਂ ਹੁਣ ਨਹੀਂ ਰਹੇ ਸਾਡੇ 'ਚ, ਕੁਲਦੀਪ ਸਿੰਘ ਚਾਂਦਪੁਰੀ ਨਹੀਂ ਰਹੇ, ਪਰ ਹਾਲੇ ਵੀ ਬਹੁਤ ਇਸ ਤਰ੍ਹਾਂ ਦੇ ਨਾਮੀ ਗ੍ਰਾਮੀ ਯੋਧੇ ਮੌਜੂਦ ਨੇ। ਮੇਰਾ ਕਹਿਣ ਦਾ ਮਤਲਬ ਇਹ ਕਿ ਜਿਨ੍ਹਾਂ ਨੇ ਅਸਲੀ ਟਾਕਰੇ ਕੀਤੇ ਨੇ ਦੁਸ਼ਮਣ ਨਾਲ, ਭੇੜ ਹੋਏ ਨੇ, ਆਲੇ ਦੁਆਲੇ ਗੋਲੀਆਂ ਲੱਗੀਆਂ ਨੇ, ਜਿਨ੍ਹਾਂ ਨੇ ਜਿਹੜਾ ਸੇਖੋਂ ਸਨ, ਜਿਹੜੇ ਪਾਇਲਟ ਸਨ, ਜਿਹੜੇ ਐਨਐਸ ਸੇਖੋਂ ਸਨ, ਤਾਂ ਉਹਨਾਂ ਨੇ ਜੰਗੀ ਜਹਾਜ਼ ਵੀ ਉਡਾਏ ਨੇ ਤੇ ਉਹ ਹਾਲਾਤ ਜਿਨ੍ਹਾਂ ਨੇ ਦੇਖੇ ਨੇ, ਨੇੜਿਓਂ ਦੇਖੇ ਨੇ, ਉਹਨਾਂ ਦੀ ਸਲਾਹ ਜ਼ਰੂਰੀ ਹੈ। ਤੇ ਅਕਾਲ ਤਖਤ ਸਾਹਿਬ ਦੇ ਪੱਧਰ ਦੇ ਉੱਤੇ ਇਹ ਵੀ ਹੋ ਸਕਦਾ ਕਿ ਸਿੱਖ ਜਵਾਨ ਜਿਹੜੇ ਪਗੜੀ ਧਾਰੀ ਨੇ, ਜਿਹੜੇ ਫੌਜ 'ਚ ਜਾਂਦੇ ਨੇ ਜਾਂ ਹੋਰ ਫੋਰਸਿਸ ਦਾ ਹਿੱਸਾ ਬਣਦੇ ਨੇ, ਉਹਨਾਂ ਵਾਸਤੇ ਲੋੜ ਆ ਮੇਰੇ ਖਿਆਲ 'ਚ, ਜੋ ਮੈਂ ਮਹਿਸੂਸ ਕਰਦਾ ਕਿ ਬਕਾਇਦਾ ਤੌਰ ਤੇ ਇੱਕ ਮਰਿਆਦਾ ਉਲੀਕ ਲਈ ਜਾਏ ਤੇ ਉਹਨੂੰ ਪ੍ਰਵਾਨ ਕਰਕੇ ਅਕਾਲ ਤਖਤ ਸਾਹਿਬ ਤੋਂ ਉਹ ਮੇਰੇ ਖਿਆਲ 'ਚ ਫੌਜ ਨੂੰ ਵੀ ਦੇਤੀ ਜਾਏ ਤੇ ਉਹਨੂੰ ਜਨਤਕ ਵੀ ਕਰ ਦਿੱਤਾ ਜਾਏ। ਦੇਖੋ ਹੁਣੇ ਕਹੀ ਜਾਂਦੇ ਆ 에ਅਰ ਮਾਰਸ਼ਲ ਅਰਜਨ ਸਿੰਘ, ਬਿਲਕੁਲ ਬਹੁਤ ਵੱਡਾ ਨਾਮ ਜੀ। ਇਸੇ ਤਰੀਕੇ ਨਾਲ ਇੱਕ 에ਅਰ ਫੋਰਸ ਦੇ ਬਹੁਤ ਬੜੇ ਆਫੀਸਰ ਸੀ ਜਿਨ੍ਹਾਂ ਦਾ ਨਾਮ ਮੇਹਰ ਸਿੰਘ ਸੀ ਜੀ, ਜਿਹੜੇ ਮਤਲਬ ਪੁਲ ਦੇ ਨੀਚੇ ਦੀ ਵੀ ਜਹਾਜ਼ ਨੂੰ ਕੱਢ ਦਿੰਦੇ ਸੀ। ਯੈਸ ਬੜਾ ਨਾਮੀ ਬੰਦੇ ਸੀ ਉਹ ਜੀ। ਤੋ ਉਹਨਾਂ ਨੇ ਵੀ ਹੈਲਮਟ ਦਾ ਇਸਤੇਮਾਲ ਕੀਤਾ ਜੀ। ਜਦੋਂ ਮੈਂ ਆਪ ਉਹਨਾਂ ਦੀਆਂ ਜੀ ਸੂਟ ਦਾ ਪਾਰਟ ਹੈ ਉਹਦਾ, ਜਦੋਂ ਤੁਸੀਂ ਜੰਗੀ ਜਹਾਜ਼ ਉਡਾ ਰਹੇ ਹੋ ਜੀ ਸੂਟ ਦਾ ਪਾਰਟ, ਔਰ ਉਹਨਾਂ ਨੇ ਮੈਨੂੰ ਨਹੀਂ ਪਤਾ ਮੈਕਸਿਮਮ ਨੰਬਰ ਆਫ ਆਵਰਸ ਉਹਨਾਂ ਦੀਆਂ ਫਲਾਈਟ ਸੀ ਜੀ 에ਅਰ ਮਾਰਸ਼ਲ ਅਰਜਨ ਸਿੰਘ ਦੇ ਨਾਂ ਦੇ ਉੱਤੇ ਜੀ। ਤੇ ਜੇ ਉਹ ਉਸ ਅਹੁਦੇ ਤੇ ਪਹੁੰਚੇ, ਮਾਰਸ਼ਲ ਤਿੰਨਾਂ ਫੌਜਾਂ ਦੇ ਸੁਪੀਰੀਅਰ ਜਰਨੈਲ ਸੀ ਉਹ, ਉਸ ਅਹੁਦੇ ਤੇ ਪਹੁੰਚੇ ਆ ਤਾਂ ਉਹਨਾਂ ਦੀ ਸਿੱਖੀ ਦੇ ਉੱਤੇ ਕੋਈ ਤੁਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਜੀ। ਅਖੀਰ ਦਮ ਤੱਕ ਕੇਸਾਂ ਦਾ ਉਸੇ ਤਰੀਕੇ ਨਾਲ ਸਤਿਕਾਰ ਤੇ ਮਾਣ ਉਹਨਾਂ ਨੇ ਆਪਣੇ ਜੀਵਨ 'ਚ ਰੱਖਿਆ ਜੀ। ਇਸੇ ਤਰੀਕੇ ਨਾਲ ਪਗੜੀ ਦਾ ਜਿਹੜੀ ਹੈ ਉਸ ਦਾ ਵੀ ਉਹਨਾਂ ਨੇ ਉਸੇ ਤਰੀਕੇ ਨਾਲ ਮਾਣ ਤੇ ਸਤਿਕਾਰ ਫੌਜ 'ਚ ਵੀ ਰੱਖਿਆ ਜੀ, ਬਾਹਰ ਫੌਜ ਤੋਂ ਵੀ ਰੱਖਿਆ, ਔਰ ਉਸ ਦੇ ਨਾਲ ਉਹਨਾਂ ਦੀ ਕਮਿਟਮੈਂਟ ਵੀ ਰਹੀ। 1984 ਨਵੰਬਰ ਦੇ ਵਿੱਚ ਜਦੋਂ ਸਿੱਖਾਂ ਦਾ ਕਤਲੋਗਾਰਤ ਹੋਈ ਦਿੱਲੀ ਔਰ ਦਿੱਲੀ ਤੋਂ ਬਾਹਰ, ਉਹਨਾਂ ਨੇ ਬਹੁਤ ਵੱਡਾ ਸਟੈਂਡ ਲਿਆ ਸੀ, ਆਪਣੇ ਮੈਡਲ ਤੱਕ ਵਾਪਸ ਕੀਤੇ। ਆਪਣੇ ਮੈਡਲ ਤੱਕ ਵਾਪਸ ਕੀਤੇ। ਤਾਂ ਉਹਨਾਂ ਦੀ ਸਿੱਖੀ ਪ੍ਰਤੀ ਪਰਪੱਕਤਾ ਜਿਹੜੀ ਹੈ ਉਹ ਕੁਐਸਚਨੇਬਲ ਨਹੀਂ ਹੈਗੀ ਜੀ, ਉਹਨੂੰ ਕੁਐਸਚਨ ਨਹੀਂ ਕੀਤਾ ਜਾ ਸਕਦਾ। ਇਸੇ ਤਰੀਕੇ ਨਾਲ ਸਾਡੇ ਹੋਰ ਬਹੁਤ ਜਰਨੈਲ ਆ,
ਉਹਨਾਂ ਤੋਂ ਸਲਾਹ ਲੈਣੀ ਚਾਹੀਦੀ ਹੈ। ਨਹੀਂ, ਉਸ ਤੋਂ ਵੀ ਆਪਾਂ ਜੇ ਚਲੋ ਆਪਾਂ ਹਾਂਜੀ। ਇਹਨਾਂ ਇਸ ਗੱਲ ਨੂੰ ਤਾਂ ਝੁਠਲਾ ਹੀ ਨਹੀਂ ਸਕਦਾ ਕਿ ਸਿੱਖ ਰੈਜੀਮੈਂਟਸ, ਪੰਜਾਬ ਰੈਜੀਮੈਂਟਸ ਦੀ ਕੀ ਕੰਟਰੀਬਿਊਸ਼ਨ ਰਹੀ ਹੈ ਦੁਨੀਆ ਪੱਧਰ ਦੇ ਉੱਤੇ। ਪਰ ਆਪਾਂ ਖੇਡਾਂ ਦੀ ਗੱਲ ਵੀ ਕਰੀਏ, ਆਪਾਂ ਹਰਭਜਨ ਸਿੰਘ ਸਾਡੇ ਕੋਲ ਹੈ, ਸੰਦੀਪ ਸਿੰਘ ਹਾਕੀ ਵਾਲਾ ਹੁਣ ਮੰਤਰੀ ਬਣਿਆ ਹੋਇਆ, ਉਹ ਸਾਡੇ ਕੋਲ ਹੈ, ਨਵੇਂ ਮੁੰਡੇ ਅੱਜ ਕੱਲ ਭਾਰਤੀ ਕ੍ਰਿਕਟ ਟੀਮ 'ਚ ਖੇਡ ਰਹੇ ਨੇ ਤੇ ਕੇਸਧਾਰੀ ਨੇ, ਉਹ ਅਰਸ਼ਦੀਪ ਉਹ ਸਾਡੇ ਕੇਸਧਾਰੀ ਨੇ, ਉਹ ਮੇਰਾ ਕਹਿਣ ਦਾ ਮਤਲਬ। ਅਰਸ਼ਦੀਪ ਮੈਂ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ 36 ਦਾ ਜਨਰਲ ਸੈਕਟਰੀ। ਜੀ ਜੀ ਜੀ। ਉਸ ਦਾ ਦੇਖੋ ਪੂਰਨ ਗੁਰਸਿੱਖ ਆ ਉਹ। ਉਸ ਦੀ ਮਾਂ ਤੇ ਪਿਓ ਡੇਲੀ ਗੁਰਦੁਆਰਾ ਅੰਬ ਸਾਹਿਬ 'ਚ 2-2 3-3 ਘੰਟੇ ਬੈਠ ਕੇ ਕੀਰਤਨ ਸੁਣਦੇ ਆ, ਪਾਠ ਕਰਦੇ ਆ। ਉਸ ਦੇ ਉੱਤੇ ਜਦੋਂ ਪਾਕਿਸਤਾਨ 'ਚ ਉਸ ਤੋਂ ਬਾਲ ਛੁੱਟ ਗਈ ਸੀ, ਉਸ ਦੇ ਉੱਤੇ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੈ। ਮੈਂ ਉਸ ਦੇ ਹੱਕ ਵਿੱਚ ਬਹੁਤ ਵੱਡੀ ਸਟੇਟਮੈਂਟ ਦਿੱਤੀ ਸੀ ਕਿ ਉਹ ਉਸ ਕਮਿਊਨਿਟੀ ਨੂੰ ਬਿਲੋਂਗ ਕੀਤਾ ਜਿਸ ਕਮਿਊਨਿਟੀ ਨੇ ਇਸ ਮੁਲਕ ਦੇ ਲਈ ਸਭ ਤੋਂ ਵੱਧ ਖੂਨ ਬਹਾਇਆ। ਜੀ ਜੀ ਜੀ। ਤਾਂ ਉਸ ਕਿਸਮ ਦੇ ਬੱਚੇ ਨੂੰ ਤੁਸੀਂ ਇਸ ਤਰੀਕੇ ਨਾਲ ਟਰੋਲ ਕਰ ਰਹੇ ਹੋ, ਬਹੁਤ ਹੀ ਅਨਫੋਰਚੂਨੇਟ ਸਿਚੁਏਸ਼ਨ ਹੈ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਐਡੇ ਐਡੇ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਸ ਨੂੰ ਤੁਸੀਂ ਤਾਂ ਫਿਰ ਬਿਲਕੁਲ ਹੀ, ਜੇ ਇਸ ਕਿਸਮ ਦੀਆਂ ਬੰਦਿਸ਼ਾਂ ਲਾਓਗੇ ਤਾਂ ਤੁਸੀਂ ਸਿੱਧੇ ਤੌਰ ਦੇ ਉੱਤੇ ਉਹਨਾਂ ਤੋਂ ਉਹ ਡਿਪਰਾਈਵ ਕਰੋਗੇ ਉਸ ਕਿਸਮ ਦੀ ਓਪਰਚੁਨਿਟੀ। ਜੀ ਜੀ। ਸੋ ਜ਼ਰੂਰਤ ਹੈ ਇਸ ਨੂੰ ਸਹਿਜ ਅਵਸਥਾ ਦੇ ਵਿੱਚ ਆ ਕੇ ਜਿਹੜੇ ਕੰਸਰਨਡ ਪਰਸਨਸ ਆ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਸਲਾਹ ਮਸ਼ਵਰਾ ਉਹਨਾਂ ਨਾਲ ਕਰਕੇ ਇਹਦਾ ਕੋਈ ਹੱਲ ਕੱਢ ਲਿਆ ਜਾਵੇ ਜਿਹਦੇ ਨਾਲ ਸਿੱਖ ਸੈਂਟੀਮੈਂਟਸ ਵੀ ਹਰਟ ਨਾ ਹੋਣ ਔਰ ਸਿੱਖਾਂ ਨੂੰ ਅਨਸੈਸਰੀ ਪ੍ਰਵੋਕ ਨਾ ਕੀਤਾ ਜਾਵੇ ਇਸ ਇਸ਼ੂ ਦੇ ਉੱਤੇ। ਸਰਕਾਰ ਦਾ ਕੀ ਜਾਏਗਾ, ਉਹ ਕਹਿਣਗੇ ਚੰਗਾ ਜੀ ਬਿਲਕੁਲ ਤੁਸੀਂ ਪਗੜੀ ਬੰਨ੍ਹ ਕੇ ਚੱਲੋ। ਇਸੇ ਨੋਟ ਤੇ ਅਸੀਂ ਸਮਾਪਤੀ ਕਰਦੇ ਹਾਂ ਕਿ ਸਰਕਾਰ ਨੂੰ ਕੋਈ ਹਰਜ ਨਹੀਂ। ਸਰਕਾਰ ਨੇ ਕਹਿਣਾ ਕਿ ਤੁਹਾਨੂੰ ਨਹੀਂ ਮਨਜ਼ੂਰ ਤਾਂ ਅਸੀਂ ਨਹੀਂ ਲਾਗੂ ਕਰਦੇ। ਮੇਰੀ ਥੋੜੀ ਦੇਰ ਪਹਿਲਾਂ ਹੀ ਇੱਕ ਸਾਬਕਾ ਸਿੱਖ ਅਧਿਕਾਰੀ ਨਾਲ ਗੱਲ ਹੋ ਰਹੀ ਸੀ, ਉਹਨਾਂ ਦਾ ਨਾਮ ਤਾਂ ਕੋਈ ਏਡਾ ਜ਼ਰੂਰੀ ਨਹੀਂ ਇੱਥੇ ਮੈਂਸ਼ਨ ਕਰਨਾ, ਬਟ ਉਹਨਾਂ ਨੇ ਕਿਹਾ ਕਿ ਜੋ ਮੋਟਾਈ ਹੈ, ਥਿਕਨੈਸ ਹੈ, ਉਹ ਬੁਲੇਟ ਨੂੰ ਨਹੀਂ ਰੋਕਦੀ, ਬੁਲੇਟ ਉਸ ਚੋਂ ਪਾਸ ਹੁੰਦੀ ਹੈ। ਮੀਡੀਅਮ ਹੈ, ਕੋਈ ਚੀਜ਼ ਹੈ ਜਿਹੜੀ ਵਸਤੂ ਹੈ ਉਹ ਰੋਕਦੀ ਹੈ, ਮੈਟਲ ਰੋਕਦੀ ਹੈ। ਤਾਂ ਉਹਨਾਂ ਨੇ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੱਤਾ ਸੀਗਾ ਕਿ ਇਹ ਹੋ ਸਕਦਾ ਹੈ ਕਿ ਜੇਕਰ ਚਲੋ ਹੈਡਗੇਅਰ ਜਾਂ ਹੈਲਮਟ ਤੋਂ ਵੀ ਹਾਲੇ ਨਹੀਂ ਆਪਾਂ ਉਸ ਨੂੰ ਮਨਜ਼ੂਰੀ ਦੇਣੀ ਜਾਂ ਨਹੀਂ ਆਪਣੀ ਉਸ 'ਚ ਮਰਿਆਦਾ ਮੁਤਾਬਕ ਉਹ ਸਾਨੂੰ ਜੱਚਦਾ ਜਾਂ ਢੁਕਦਾ, ਤਾਂ ਜੋ ਪੱਤਰੇ ਨੇ, ਮੈਟਲ ਦੇ ਪੱਤਰੇ ਨੇ, ਉਹ ਇਸ ਸ਼ੇਪ ਦੇ ਤਿਆਰ ਹੋ ਸਕਦੇ ਨੇ ਕਿ ਉਹ ਹਰੇਕ ਪੱਗ ਦੇ ਹਰੇਕ ਲੜ ਦੇ ਅੰਦਰ ਰੱਖ ਕੇ ਲੜ ਦੇ ਅੰਦਰ ਜੁੜ ਜਾਣ ਤੇ ਉਹ ਉਹਨਾਂ ਲੜਾਂ ਵਾਲੀ ਪੱਤਰਿਆਂ ਦੇ ਅੰਦਰ, ਪੱਗ ਦੇ ਅੰਦਰ ਉਹ ਲੜਾਂ ਵਾਲੀ ਪੱਗ ਜਿਹੜੀ ਹੈ ਸਜਾਈ ਜਾਵੇ ਸਿੱਖ ਫੌਜੀ ਦੇ ਸਿਰ ਤੇ। ਇਹ ਇੱਕ ਸੁਝਾਅ ਦਿੱਤਾ ਉਹਨਾਂ ਨੇ। ਇਸ ਤਰ੍ਹਾਂ ਦੇ ਅਨੇਕਾਂ ਸੁਝਾਅ ਆ ਸਕਦੇ ਨੇ। ਆਖਰੀ ਗੱਲ ਜ਼ਰੂਰ ਕਹਿਣਾ ਚਾਹਾਂਗੇ ਜੀ, ਉਹਦੇ 'ਚ ਇੱਕ ਹੋਰ ਇੰਪੋਰਟੈਂਟ ਗੱਲ ਆ ਜੋ ਮੈਂ ਪੜ੍ਹੀ ਆ ਅਖਬਾਰਾਂ 'ਚ, ਇਹ ਹੈਲਮਟ ਆ ਜਿਹੜੀ ਇਹ ਟੈਂਪਰੇਚਰ ਵੀ ਕੰਟਰੋਲ ਕਰਦੀ ਹੈ। ਪਰ ਉਸ ਕਿਸਮ ਦਾ ਟੈਂਪਰੇਚਰ ਜਿਹੜਾ ਇੰਡੋ ਚਾਈਨਾ ਬਾਰਡਰ ਤੇ ਜਿਸ ਏਰੀਏ 'ਚ ਲੜਾਈਆਂ ਹੋ ਕਨਫਲਿਕਟ ਹੋ ਰਿਹਾ ਲਗਾਤਾਰ, ਉੱਥੇ ਪੱਗ ਤੁਹਾਨੂੰ ਬਚਾ ਨਹੀਂ ਸਕਦੀ ਉਸ ਕਿਸਮ ਦੇ ਟੈਂਪਰੇਚਰ ਤੋਂ। ਪਰ ਇਸ ਹੈਲਮਟ 'ਚ ਉਹਨਾਂ ਨੇ ਕੋਈ ਇਸ ਕਿਸਮ ਦੀ ਟੈਕਨੋਲੋਜੀ ਯੂਜ਼ ਕੀਤੀ ਹੈ ਜਿਹੜਾ ਤੁਹਾਡਾ ਜਿਹੜਾ ਸਿਰ ਆ ਉਸ ਨੂੰ ਵੀ ਉਹ ਨਾਰਮਲ ਟੈਂਪਰੇਚਰ 'ਚ, ਜਿਹੜਾ ਵੇਰੀਏਬਲ ਟੈਂਪਰੇਚਰ ਆ ਉਸ ਦੇ ਵਿੱਚ ਉਹਨੂੰ ਪ੍ਰੋਟੈਕਟ ਕਰਕੇ ਰੱਖੇਗੀ। ਇਹ ਸਾਰੀਆਂ ਚੀਜ਼ਾਂ ਸੋਚ ਲੈਣੀਆਂ ਚਾਹੀਦੀਆਂ। ਸੋਚ ਵਿਚਾਰ ਤੋਂ ਬਾਅਦ ਸਹਿਜ ਅਵਸਥਾ ਦੇ ਵਿੱਚ ਜਾ ਕੇ ਇਹ ਗੱਲ ਕਰਨੀ ਚਾਹੀਦੀ ਆ। ਜੇ ਉਹ ਕੇਸ਼ਾਂ ਦੀ ਬੇਅਦਬੀ ਨਹੀਂ ਹੁੰਦੀ, ਦਸਤਾਰ ਦੀ ਬੇਅਦਬੀ ਨਹੀਂ ਹੁੰਦੀ, ਸਾਡੀ ਪ੍ਰੋਟੈਕਸ਼ਨ ਹੁੰਦੀ ਆ, ਸਾਡੇ ਲਈ ਉਹ ਸਾਡੇ ਸਿੱਖ ਫੌਜੀਆਂ ਦੇ ਸਿਰਾਂ ਨੂੰ ਪ੍ਰੋਟੈਕਟ ਕਰਦੀ ਆ, ਬੁਲਟ ਤੋਂ ਵੀ ਪ੍ਰੋਟੈਕਟ ਕਰਦੀ ਹੈ ਔਰ ਉਸ ਕਿਸਮ ਦੀ ਸਰਦੀ ਤੋਂ ਵੀ ਪ੍ਰੋਟੈਕਟ ਕਰਦੀ ਹੈ, ਤਾਂ ਮੈਂ ਸਮਝਦਾ ਇਹਦੇ 'ਚ ਕੋਈ ਇਤਰਾਜ਼ ਨਹੀਂ। ਜੀ ਅਸੀਂ ਗੱਲ ਕੀਤੀ ਹੈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਉਹਨਾਂ ਨਾਲ, ਜੋ ਕਿ ਨਾਮਵਰ ਹਿਸਟੋਰੀਅਨ ਨੇ, ਸਿੱਖ ਹਿਸਟਰੀ ਦੇ ਮਾਹਰ ਨੇ। ਅਸੀਂ ਗੱਲ ਕੀਤੀ ਹੈ ਕਿ ਜੋ ਸਿੱਖ ਫੌਜੀਆਂ ਲਈ, ਭਾਰਤੀ ਫੌਜ ਦੇ ਵਿੱਚ ਪਗੜੀਧਾਰੀ ਸਿੱਖ ਫੌਜੀਆਂ ਲਈ ਜੋ ਹੈਡਗੇਅਰ, ਹੈਡਗਾਰਡ ਜਾਂ ਹੈਲਮਟ ਕਹਿ ਲਓ, ਉਹ ਪਾਉਣ ਦੀ ਜਿਹੜੀ ਗੱਲ ਚੱਲ ਰਹੀ ਹੈ ਉਸ ਦੇ ਉੱਤੇ ਵਿਵਾਦ ਖੜਾ ਹੋਇਆ ਹੈ, ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਜਿਹੜੀ ਇਸ ਮੁੱਦੇ ਉੱਤੇ ਟਿੱਪਣੀ ਆ ਚੁੱਕੀ ਹੈ, ਜਥੇਦਾਰ ਸਾਹਿਬ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆ ਚੁੱਕੀ ਹੈ, ਜੋ ਕਿ ਵਿਰੋਧ ਵਿੱਚ ਹੈ। ਪਰ ਆਪਾਂ ਵਿਚਾਰ ਇਹ ਕੀਤੀ ਹੈ ਕਿ ਇਹ ਗੱਲ, ਇਹ ਚੀਜ਼ ਜਿਹੜੀ ਹੈ ਜਿਸ ਨੂੰ ਆਪਾਂ ਹੈਲਮਟ ਜਾਂ ਟੋਪੀ, ਕਿਉਂਕਿ ਟੋਪੀ ਸ਼ਬਦ ਥੋੜਾ ਜਿਹਾ ਬਦਨਾਮ ਹੋ ਚੁੱਕਾ ਹੈ, ਅੰਡਰਲਾਈਨ ਹੋ ਚੁੱਕਾ ਹੈ, ਤਾਂ ਉਸ ਨੂੰ ਹੈਲਮਟ ਵੀ ਉਸੇ ਤਰ੍ਹਾਂ ਜਿਹੜਾ ਅੰਡਰਲਾਈਨ ਹੋ ਚੁੱਕਾ ਹੈ। ਸੋ ਇਸ ਤਰ੍ਹਾਂ ਸ਼ਬਦ ਦਾ ਕਰਕੇ ਹੀ ਕਿਤੇ ਆਪਾਂ ਕਿਸੇ ਚੀਜ਼ ਨੂੰ, ਕਿਸੇ ਯੂਜ਼ਫੁਲ ਚੀਜ਼ ਨੂੰ ਆਪਾਂ ਹੈਲਮਟ ਦੀ ਸੰਗਿਆ ਦੇ ਕੇ, ਟੋਪੀ ਦੀ ਸੰਗਿਆ ਦੇ ਕੇ ਕਿਤੇ ਆਪਾਂ ਗਲਤ ਪਾਸੇ ਉਹਦਾ ਵਿਖਿਆਨ ਨਾ ਸਮਝ ਲਈਏ। ਸੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਕੋਈ, ਨਾ ਤਾਂ ਸਾਡੀ ਤੁੱਛ ਬੁੱਧੀ 'ਚ ਕੋਈ ਆ ਸਕਦੀ ਹੈ ਗੱਲ, ਤੇ ਨਾ ਹੀ ਸਾਡੀ ਹੈਸੀਅਤ ਹੈ ਕਿ ਆਪਾਂ ਚੈਲੰਜ ਕਰੀਏ। ਬਟ
ਮੁੱਦਾ ਵਿਚਾਰਨ ਦਾ ਹੈ, ਕਿਉਂਕਿ ਇਹ ਪਗੜੀਧਾਰੀ ਸਿੱਖ ਫੌਜੀਆਂ ਦੀ ਜਾਂ ਹੋਰ ਫੋਰਸਸ 'ਚ, ਦੁਨੀਆ ਭਰ 'ਚ ਹੋਰ ਫੋਰਸਸ 'ਚ ਜਾਂ ਖੇਡਾਂ 'ਚ ਜਾਣ ਵਾਲੇ ਸਿੱਖ ਨੌਜਵਾਨਾਂ ਦੀ ਜਾਨ ਨਾਲ, ਜ਼ਿੰਦਗੀ ਨਾਲ ਜੁੜਿਆ ਹੋਇਆ ਮੁੱਦਾ ਹੈ। ਥੱਲੇ ਕਮੈਂਟ ਬਾਕਸ ਹੈ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਦੇ ਸੂਝਵਾਨ ਦਰਸ਼ਕੋ। ਅਸੀਂ ਤੁਹਾਡੀ ਰਾਏ ਵੀ ਸਾਡੇ ਲਈ ਜਿਹੜੀ ਵਡਮੁੱਲੀ ਹੈ, ਅਸੀਂ ਉਹਦੀ ਵੀ ਉਡੀਕ ਕਰਾਂਗੇ ਤੇ ਤੁਹਾਡੇ ਹੁੰਗਾਰੇ ਦੀ ਹਮੇਸ਼ਾ ਹੀ ਤਰ੍ਹਾਂ ਸਾਨੂੰ ਲੋੜ ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ।